गुड मॉर्निंग। आज करन जा रहे हैं वेव मोशन का पार्ट थर्ड, द मैचिंग ऑफ इंपीडेंस। जिन्ना थोड़ा चैप्टर कंप्लीट हो जाए। मैचिंग ऑफ इंपीडेंस की है, पहले तो ਆਪਾਂ ਨੂੰ ਇਹਦਾ ਮੀਨਿੰਗ ਪਤਾ ਹੋਣਾ ਚਾਹੀਦਾ। ਮੈਚਿੰਗ ਆਫ ਇੰਪੀਡੈਂਸ ਕੀ ਹੈ ਇਹਦੇ ਲਈ ਸਮਝਾਉਣ ਲਈ ਮੈਂ ਇੱਕ ਐਗਜ਼ਾਮਪਲ ਲੈਂਦੇ ਆਪਾਂ। ਮੰਨ ਲਓ ਇੱਕ ਪਾਈਪ ਆ ਆਪਣੇ ਕੋਲ, ਠੀਕ ਹੈ। ਇਹ ਪਾਈਪ ਆ ਪਾਣੀ ਵਾਲਾ। ਇੱਕ ਮੈਂ ਦੁਬਾਰਾ ਡਰਾ ਕਰ ਦਾਂਗਾ। ਆ ਆਪਣੇ ਕੋਲ ਪਾਈਪ ਆ, ਠੀਕ ਹੈ। ਇਹਦੇ 'ਚ ਪਾਣੀ ਆਪਾਂ ਫਲੋ ਕਰ ਰਹੇ ਹਾਂ। ਮੈਂ ਇੱਕ ਪਾਈਪ ਹੋਰ ਜੋੜਨਾ, ਪਰ ਜਿਹੜੀ ਉਹਦੀ ਮੋਟਾਈ ਹੈ ਪਾਈਪ ਦੀ ਜ਼ਿਆਦਾ। ਮੰਨ ਲਓ ਆਹ ਪਾਈਪ ਜੋੜਨਾ ਮੈਂ ਇੱਦਾਂ ਹੀ ਜੋੜ ਦੇਣਾ ਇਹਨੂੰ ਡਾਇਰੈਕਟ ਸਿੱਧੇ। ਤਾਂ ਕੀ ਹੋਊਗਾ, ਜਦੋਂ ਮੈਂ ਪਾਣੀ ਇੱਧਰੋਂ ਪਾਸ ਕਰੂੰਗਾ, ਠੀਕ ਹੈ, ਤਾਂ ਥੋੜ੍ਹਾ ਜਿਹਾ ਪਾਣੀ ਇੱਧਰ ਜਾਊਗਾ, ਬਾਕੀ ਪਾਣੀ ਇੱਥੋਂ ਲੀਕ ਕਰਨਾ ਸ਼ੁਰੂ ਕਰ ਦੂਗਾ। ਸੇਮ ਐਗਜ਼ਾਮਪਲ, ਮੰਨ ਲਓ ਪਾਣੀ ਇੱਧਰੋਂ ਮੈਂ ਪਾਸ ਕਰ ਰਿਹਾ, ਇਹ ਬੜਾ ਪਾਈਪ ਆ, ਆਹ ਪਾਈਪ ਬੜਾ ਯਾਨੀ ਕਿ ਇੱਧਰਲਾ ਛੋਟਾ, ਤਾਂ ਪਾਣੀ ਇੱਥੋਂ ਲੀਕ ਕਰੂਗਾ। ਇੱਥੋਂ ਥੋੜ੍ਹਾ ਮਤਲਬ ਪਾਣੀ ਆਊਗਾ ਅਤੇ ਬਾਕੀ ਪਾਣੀ ਇੱਥੇ ਲੀਕ ਕਰ ਦੂਗਾ। ਇਹਦਾ ਮਤਲਬ ਲੋਸ ਹੋ ਗਿਆ ਪਾਣੀ ਦਾ। ਉਹ ਪਾਣੀ ਦੇ ਲੋਸ ਹਟਾਉਣ ਲਈ ਆਪਾਂ ਕੀ ਕਰ ਦਿੰਦੇ ਹਾਂ, ਇੱਕ ਬਾਲ ਲੈ ਲੈਂਦੇ ਹੁੰਦੇ ਹਾਂ, ਠੀਕ ਹੈ। ਉਹ ਕੀ ਹੁੰਦਾ ਵਾ, ਮੰਨ ਲਓ ਇੱਧਰ ਪਾਈਪ ਉੱਚਾ ਬੜਾ, ਇੱਧਰੋਂ ਪਾਈਪ ਛੋਟਾ, ਇੱਕ ਪਾਸੇ ਇਹ ਛੋਟਾ ਵਾ ਬੜਾ। ਉਹ ਵਾਲਵ ਕੀ ਕਰਦਾ ਵਾ, ਆਪਾਂ ਨਿੱਪਲ ਕਹਿੰਦੇ ਉਹਨੂੰ, ਠੀਕ ਹੈ। ਉਹ ਇਸ ਤਰ੍ਹਾਂ ਇੱਕ ਪਾਸਿਓਂ ਇਹਦੇ ਸਾਈਜ਼ ਦਾ ਹੋਊਗਾ, ਇਸ ਪਾਈਪ ਦੇ ਸਾਈਜ਼ ਦਾ, ਇੱਕ ਪਾਸੇ ਇਹਦੇ ਪਾਈਪ ਦੇ ਸਾਈਜ਼ ਦਾ ਹੋਊਗਾ। ਤਾਂ ਇਸ ਤਰ੍ਹਾਂ ਕਵਰ ਕਰ ਲਓ। ਇਸ ਤਰ੍ਹਾਂ ਦੇਖਿਓ ਤੁਸੀਂ ਕਰੇ ਟੂਟੀਆਂ ਨੂੰ ਕਈ ਜਗ੍ਹਾ 'ਤੇ ਲੱਗਿਆ ਹੁੰਦਾ। ਹੁਣ ਜਿਹੜਾ ਇਹਦਾ ਇੰਪੀਡੈਂਸ ਮਤਲਬ ਉਹੀ ਚੀਜ਼ ਆਪਾਂ ਦੇਖਣੀ, ਜਿਹੜਾ ਇਹਦੀ ਆਪਣੀ ਇੱਧਰਲਾ ਹਿੱਸਾ ਵਾ ਉਹ ਇਹ ਪਾਈਪ ਦੇ ਬਰਾਬਰ ਹੋਊ, ਇੱਧਰਲਾ ਹਿੱਸਾ ਇਹ ਪਾਈਪ ਬਰਾਬਰ, ਮਤਲਬ ਐਵਰੇਜ ਹੋਊਗੀ ਜੋ ਹੋਊਗੀ, ਠੀਕ ਹੈ, ਤਾਂ ਕਿ ਪਾਣੀ ਲੋਸ ਨਾ ਹੋਵੇ। ਇਹਨੂੰ ਆਪਾਂ ਇਹ ਚੀਜ਼ ਨੂੰ ਆਪਾਂ ਕਹਿੰਦੇ ਮੈਚਿੰਗ ਕਰਨਾ, ਮਤਲਬ ਲੀਕ ਨਾ ਕਰਨਾ, ਪਾਣੀ ਨਾ ਲੀਕ ਕਰਨੇ ਦੀ ਆਪਾਂ ਇਹ ਵਿੱਚ ਜਿਹੜਾ ਸਮਾਨ ਲਾਤਾ ਉਹਨੂੰ ਆਪਾਂ ਕਹਿੰਦੇ ਮੈਚਿੰਗ ਕਰਨੀ, ਤਾਂ ਕਿ ਪਾਣੀ ਲੀਕ ਨਾ ਕਰੇ। ਉਸੇ ਤਰ੍ਹਾਂ ਜਿਹੜੀਆਂ ਆਪਣੇ ਕੋਲ ਵੇਵਸ ਨੇ, ਜਦੋਂ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰਾਂਸਮਿਟ ਕਰਦੇ ਹਾਂ ਕਿਸੇ ਮੀਡੀਅਮ ਦੇ ਵਿੱਚੋਂ, ਮੰਨ ਲਓ ਇੱਧਰ ਏਅਰ ਮੀਡੀਅਮ ਸੀਗਾ, ਇੱਧਰ ਡੈਂਸਰ ਮੀਡੀਅਮ ਸੀਗਾ। ਜੇ ਏਅਰ ਟੂ ਡੈਂਸਰ ਮੀਡੀਅਮ ਜਾਣਾ, ਠੀਕ ਹੈ। ਹੁਣ ਆਹ ਡੈਂਸਰ ਮੀਡੀਅਮ ਹੈ, ਇੱਧਰ ਏਅਰ ਮੀਡੀਅਮ, ਇੱਧਰ ਡੈਂਸਰ ਮੀਡੀਅਮ ਹੈ, ਮਤਲਬ ਸ਼ੀਸ਼ਾ ਗਲਾਸ ਪਾਣੀ ਹੈ, ਇੱਧਰ ਏਅਰ ਮੀਡੀਅਮ। ਜੇ ਆਪਾਂ ਸਿੱਧੀਆਂ ਟਰੈਕ ਕਰਾਂਗੇ ਤਾਂ ਕਿ ਉਹ ਰਿਫਲੈਕਟ ਹੋ ਜਾਣਗੀਆਂ, ਉਹ ਟਰਾਂਸਮਿਟ ਨਹੀਂ ਹੋਣਗੀਆਂ। ਮੰਨ ਲਓ 5% ਹੀ ਟਰਾਂਸਮਿਟ ਹੋਣਗੇ ਜੇ ਹੋਣਗੇ, ਠੀਕ ਹੈ, ਬਾਕੀ ਜਿਹੜੀਆਂ ਰਿਫਲੈਕਟ ਹੋ ਜਾਣਗੀਆਂ। ਤਾਂ ਆਪਾਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਟੀਰੀਅਲ ਲਾਉਣਾ ਵਿੱਚ, ਆਹ ਜਿਹੜਾ ਮਟੀਰੀਅਲ ਜਿਹਦਾ ਇੰਪੀਡੈਂਸ ਆਪਾਂ ਮੈਚ ਕਰਨਾ, ਤਾਂ ਕਿ ਜਿਹੜੀ ਸਾਰੀ ਦੀ ਸਾਰੀ ਵੇਵ ਕੀ ਆ ਉਹ ਟਰਾਂਸਮਿਟ ਹੋ ਜਾਵੇ, ਰਿਫਲੈਕਟ ਨਾ ਹੋਵੇ, ਠੀਕ ਹੈ। ਉਹਨੂੰ ਆਪਾਂ ਕਹਿੰਦੇ ਜਿਹੜਾ ਉਸ ਮੀਡੀਅਮ ਦਾ ਜਿਹੜਾ ਇੰਪੀਡੈਂਸ ਹੋਊਗਾ, ਮੰਨ ਲਓ ਇਹਦਾ ਇੰਪੀਡੈਂਸ Z1 ਹੈ, ਇਹਦਾ ਇੰਪੀਡੈਂਸ Z2 ਹੈ, ਤਾਂ ਇਹਦਾ ਇੰਪੀਡੈਂਸ ਆਪਾਂ Z3 ਲੈ ਲਿਆ। ਤਾਂ Z3 ਕੀ ਆ, ਇਹਨਾਂ ਦੋਨਾਂ ਦਾ ਆਪਾਂ ਮੈਚਿੰਗ ਆਫ ਇੰਪੀਡੈਂਸ ਦਾ ਉਹਦਾ ਜੋ ਆਪਾਂ ਕੱਢਾਂਗੇ ਉਹਦੀ ਵੈਲਿਊ ਕੱਢਣੀ ਹੈ ਵੀ ਇਹਦਾ Z3 ਵੈਲਿਊ ਕੀ ਹੈ, ਕਿੰਨੀ ਆਉਂਦੀ ਹੈ, ਠੀਕ ਹੈ। ਉਹ ਇਸ ਆਪਾਂ ਆਰਟੀਕਲ ਦੇ ਵਿੱਚ ਕੈਲਕੂਲੇਟ ਕਰਨੀ ਹੈ। ਇਹਨੂੰ ਥੋੜ੍ਹਾ ਧਿਆਨ ਨਾਲ ਸਮਝ ਲਓ, ਲੈਂਥੀ ਆਰਟੀਕਲ ਇੰਪੋਰਟੈਂਟ ਬਹੁਤ ਆ, ਠੀਕ ਹੈ। ਹੁਣ ਇਹ ਕਰਨਾ ਕੀ ਹੈ, ਪਹਿਲਾਂ ਡਾਇਗਰਾਮ ਦੇਖੋ। ਆਪਾਂ ਕੀ ਲਿੱਤਾ, ਇਹਦੇ ਵਿੱਚ 3 ਮੀਡੀਅਮ ਲੈ ਲਏ। ਆਹ ਏਅਰ ਮੀਡੀਅਮ ਹੋ ਗਿਆ, ਆਹ ਜਿਹੜਾ ਆਪਾਂ ਵਿੱਚ ਜੁਆਇੰਟ ਕੀਤਾ ਮਟੀਰੀਅਲ, ਕੋਈ ਵੀ ਚਾਹੇ ਗਲਾਸ ਦੀ ਕੋਈ ਵੀ ਚੀਜ਼ ਸੀ, ਉਹ ਹੋ ਗਿਆ। ਆਹ ਆਪਣੇ ਕੋਲ ਗਲਾਸ ਮੀਡੀਅਮ ਹੋ ਗਿਆ, ਚਾਹੇ ਵਾਟਰ ਮੀਡੀਅਮ ਹੋ ਗਿਆ। 3 ਇੰਪੀਡੈਂਸ ਹੋ ਗਏ। ਇਹਦਾ Z1 ਇੰਪੀਡੈਂਸ ਹੋ ਗਿਆ, ਇਹਦਾ Z2 ਹੋ ਗਿਆ, ਜਿਹਦੀ ਵੈਲਿਊ ਆਪਾਂ ਕੱਢਣੀ ਹੈ ਉਹਦਾ Z2 ਹੋ ਗਿਆ, ਇਹ ਵੈਲਿਊ Z3 ਹੋ ਗਈ, ਠੀਕ ਹੈ। ਇਹਨਾਂ ਨੂੰ ਆਪਾਂ ਬਾਉਂਡਰੀ ਕੰਡੀਸ਼ਨ 'ਤੇ ਰੱਖਤਾ, ਇਹਨੂੰ x=0 'ਤੇ ਰੱਖਿਆ ਵਾ। ਇਹਨੂੰ ਆਪਾਂ ਇਹਦੀ ਲੈਂਥ ਜਿਹੜੀ ਹੈ, ਇਹਦੀ ਮੋਟਾਈ ਹੈ, ਜਿਹੜਾ ਆਪਾਂ ਵਿੱਚ ਮੀਡੀਅਮ ਲਾਇਆ ਉਹਦੀ ਹੈਗੀ L, ਤਾਂ ਆਹ x=L 'ਤੇ ਹੋ ਗਿਆ। ਆਹ ਪੋਜੀਸ਼ਨ ਜਿਹੜੀ ਹੋ ਗਈ x=L 'ਤੇ ਹੋ ਗਈ। ਹੁਣ ਤਿੰਨਾਂ ਜਿਹੜੀਆਂ ਇਹਨਾਂ ਦੀਆਂ ਇਕੁਏਸ਼ਨਸ ਕਰਨੀਆਂ ਨੇ, ਇਹ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਈਆਂ ਹੋਈਆਂ ਨੇ, ਠੀਕ ਹੈ। ਇਹ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ, ਕਿਉਂਕਿ ਜੇ ਇਹ ਨਹੀਂ ਆਉਂਦੀਆਂ ਫਿਰ ਤੁਹਾਨੂੰ ਆਰਟੀਕਲ ਕਰਨਾ ਪੈਂਦਾ। ਇਹ 'ਚ ਕਈ ਗਲਤੀਆਂ ਹੈਗੀਆਂ, ਉਹ ਤੁਹਾਨੂੰ ਨਾਲ ਮੈਂ ਆਪਾਂ ਠੀਕ ਕਰਵਾ ਦਾਂਗੇ, ਠੀਕ ਹੈ। ਜਿਵੇਂ ਇਹਨੂੰ ਆਪਾਂ ਨਾਮ ਦਿੱਤਾ Y, ਠੀਕ ਹੈ। YI1, ਠੀਕ ਹੈ। YI1 ਕੀ ਹੈ, E1 ਇੰਸੀਡੈਂਟ ਰੇ ਹੈ, E1 ਐਂਪਲੀਟਿਊਡ ਹੋ ਗਿਆ ਇਹਦਾ ਜਿਹੜੀ ਇੰਸੀਡੈਂਟ ਕੀਤੀ ਇੱਥੋਂ ਆਈ, ਠੀਕ ਹੈ। ਅਤੇ e⁻ ਈਟਾ ਓਮੇਗਾ t ਮੀਨਸ K1/x। K1 ਕੀ ਹੋ ਗਿਆ, ਪ੍ਰੋਪਗੇਸ਼ਨ ਕਾਂਸਟੈਂਟ ਹੋ ਗਿਆ, x ਦਾ ਡਿਸਟੈਂਸ ਹੋ ਗਿਆ, ਸਾਰਾ ਕੁਝ ਉੱਦਾਂ ਹੀ ਲਿਖਤਾ ਆਪਾਂ ਨੇ।
इदां ही yi1 भी आ गया। ये की आ गया जिहड़ी रे इथों रिफ्लैक्ट हुई, ठीक है, रिफ्लैक्ट किहड़ी हुई जिहड़ी वापस आ रही है इथों रिफ्लैक्ट भी होगी समारी जी, ठीक है, रिफ्लैक्ट नहीं हुई b1 ਉਹਦਾ एम्पलीट्यूड b1 है ई रेस पावर यूटा मेगा टी k1 आऊगा सेम, पर इत्थे x की जगह माइनस x आ जाऊगा तो +1, ठीक है। ਇਹਦੀ ਆਪਾਂ ਨੇ Z2 ਦੇ ਵਿੱਚ ਇੱਥੇ ਵੈਲਿਊ ਕੱਢਣੀ ਹੈ। ਇਹ ਤੋਂ ਜਿਹੜੀ ਇੱਕ ਵੇਵ ਟਰਾਂਸਮਿਟ ਹੋਊਗੀ, ਜਿਹੜੀ ਆ ਇੰਸੀਡੈਂਟ ਵੇਵ ਕੀਤੀ ਸੀ ਉਹ ਤੋਂ ਟਰਾਂਸਮਿਟ ਵੀ ਹੋਊਗੀ, ਤਾਂ ਆਪਾਂ ਟਰਾਂਸਮਿਟ ਦਾ ਲਿਖਦੇ ਹਾਂ yi2 ਇਜ਼ ਇਕੁਅਲ ਟੂ a2 ਐਂਪਲੀਟਿਊਡ e ਰੇਸ ਪਾਵਰ यूटा मेगा टी k2 × x, ਕਿਉਂਕਿ ਇਹਦਾ अपना पॉपुलेशन कॉन्सटेंट है वो k2 है तो इंपीडेंस z2 है, ठीक है। इदां ही yi2 इत्थे हुण देखो जिहड़ी रे इत्थों ट्रांसमिट होगी इत्थों आ चीज़ तो वो इत्थे जाके जो इंसीडेंट की इत्थे रिफ्लैक्ट भी होगी पार्सली तो पार्सली ट्रांसमिट भी होगी। हुण उन्हां दी वैल्यू लिखनी है, पहले जी रिफ्लैक्ट हुई वो लिखी yi2 इक्वल टू b2 का एम्पलीट्यूड ले लिया e रेज़ पावर यूटा मेगा टी प्लस k2 × x, ठीक है, बस ये होगा, ठीक है। इदां ही हुण जिहड़ी ट्रांसमिट हुई ਉਹਦਾ ਆਪਾਂ नाम वैल्यू लिखती yi इज इक्वल टू a3 e रेज़ पावर यूटा मेगा टी प्लस k3, इत्थे x की वैल्यू कितनी है देखो, इत्थे x की वैल्यू 0 सीगी, ठीक है, आप कल्ला x लिख लेंगे। हुण इत्थे x की वैल्यू नाल l भी है तो मैं x की जगह लिख x माइनस l आउणा इत्थे, ठीक है, x माइनस l तो आप तिन्ने वैल्यूज आप लिखनी है। ਇਹਦੇ ਵਿੱਚ a1 b1 a1 की है इंसीडेंट का एम्पलीट्यूड, b1 की है रिफ्लैक्ट का, इत्थे a1 इंसीडेंट एम्पलीट्यूड का ते जिहड़ी b1 b2 है वो की है रिफ्लैक्टेड है, इत्थे ट्रांसमिट का, ठीक है। ये जिहड़ी इक्वेशन तुहानूं लिखनी होनी चाहिए नहीं, ये तो बाद आर्टिकल सौखा ही है। पहले तो आप जिहड़ी अपनी कंटीन्यूटी इक्वेशन इत्थे लावांगे, फिर आप इत्थे डिसकंटीन्यूटी वाली ਉਹ ਕੀ ਕਰਦੇ ਸੀ, ਇੱਕ ਤਾਂ ਜਿਹੜੀ ਡਿਸਪਲੇਸਮੈਂਟ ਆ ਕੰਟੀਨਿਊ ਹੁੰਦੀ ਹੈ, ਦੂਸਰਾ ਟਰਾਂਸਵਰਸ ਫੋਰਸ ਕੰਟੀਨਿਊਟੀ ਹੁੰਦੀ ਹੈ। ਉਹ ਆਪਾਂ ਇੱਕ ਪੁਆਇੰਟ ਇੱਥੇ ਲਾਵਾਂਗੇ, ਦੋ ਇਕੁਏਸ਼ਨ ਇੱਥੋਂ ਬਣ ਜਾਣਗੀਆਂ, ਫਿਰ ਦੋ ਹੀ ਪੁਆਇੰਟ ਇੱਥੇ ਲਾਵਾਂਗੇ x ਇਕੁਅਲ ਟੂ l ਤੇ ਇੱਕ ਤਾਂ ਡਿਸਪਲੇਸਮੈਂਟ ਕੰਟੀਨਿਊ ਹੋਊਗੀ ਤੇ ਪਲੱਸ ਇੱਕ ਟਰਾਂਸਵਰਸ ਫੋਰਸ ਕੰਟੀਨਿਊ, ਦੋ ਇਕੁਏਸ਼ਨ ਇੱਥੇ ਬਣਨਗੀਆਂ। ਇਹਨਾਂ ਚਾਰਾਂ ਇਕੁਏਸ਼ਨ ਦੇ ਵਿੱਚੋਂ ਆਪਾਂ ਚਾਰ ਵੇਰੀਏਬਲ ਜਿਹੜੇ ਨੇ ਉਹਨਾਂ ਦੀ ਵੈਲਿਊ ਕੱਢਾਂਗੇ ਤਾਂ ਆਪਣੇ ਕੋਲ z2 ਦੀ ਵੈਲਿਊ ਆ ਜਾਊਗੀ, ਠੀਕ ਹੈ। ਇਹਨੂੰ ਆਪਾਂ ਧਿਆਨ ਨਾਲ ਅੱਗੇ ਦੇਖਣਾ। ਹੁਣ ਆਪਾਂ ਨੈਕਸਟ ਚੱਲਦੇ ਹਾਂ ਨੀਚੇ। देखो किवें कीता, पहले तो आप जी इक्वेशन लिखे ने उन्होंने आप वाई तो डी वाई एक्स इक्वल 0 तो आप कंटिन्यू करना ट्रांसफर फोर्स तो एंड टेंशियल फोर्स एंड अपनी वाई, ठीक है। पहले आप वाई की गल करा। हम देखो दो वेव इंसीडेंट हो रही सी a1 e रेज़ पावर यूटा मेगा टी, इतने देखो गलतियाँ ने a1 माइनस a1 × x b1 आ ठीक है, इतने माइनस पैन, ठीक है, माइनस मूनस की गलतियाँ बहुत ने। इतने a2 e रेज़ पावर यूटा मेगा 2 प्लस b2 इतने, ठीक है। कितने लाती अपने x इक्वल 0 क्योंकि दो रे इंसीडेंट हो रही ने, मैंने डायग्राम के दिखाया ना अपने, इतों रे एक इंसीडेंट होगी, इतों रिफ्लैक्ट होगी, इतों अद्धी ट्रांसमिट होगी, इतों आए रिफ्लैक्ट भी होगी, ठीक है। तो देखो a1 b1 इज इक्वल टू a2 b2, ये दोनों बराबर हो गए। एक्स इक्वल 0 पर करता तो अपने को पहली इक्वेशन अपने को आ गई, ये याद रखनी है, अगे अपन लोड पैनी, ठीक है। हूँ उस तरह अपने इनिशियल फोर्स से आप करनी है, ਇਹਨੂੰ ਆਪਾਂ ਡੈਰੀਵੇਟ ਕਰਤਾ ਵਿਦ ਰਿਸਪੈਕਟ ਟੂ x ਨਾਲ ਤੇ x ਇਕੁਅਲ ਟੂ ਡੈਰੀਵੇਟ ਕਰਤਾ, ਇਹਨੂੰ ਡੈਰੀਵੇਟ ਕਰਨਾ ਸਿੱਖੋ ਵਿਦ ਰਿਸਪੈਕਟ ਟੂ x ਨਾਲ, ਦੋਨਾਂ ਸਾਈਡ ਤੇ ਡੈਰੀਵੇਟ ਕਰਤਾ ਤਾਂ ਆਪਾਂ ਬਾਅਦ ਚ ਜਾਏਗੀ x ਦੀ ਵੈਲਿਊ ਆਪਾਂ 0 ਪੁੱਟ ਕਰਤੀ ਤਾਂ ਕਿ e रेज़ पावर यूटा मेगा टी कैंसिल हो गई, ਤਾਂ ਆਪਣੇ ਕੋਲ ਆ ਚੀਜ਼ ਆ ਗਈ, ठीक है। ਇਹਦੇ ਚ ਆਪਾਂ ਨੇ टी k1 ਵਾਲੀਆਂ ਅਲੱਗ ਕੱਢ ਲੀਆਂ, टी k2 ਵਾਲੀਆਂ ਅਲੱਗ ਟਰਮਾਂ ਕੱਢ ਲੀਆਂ ਤਾਂ ਆਪਣੇ ਕੋਲ ਆ ਗਈ। ਹੁਣ ਆਪਾਂ ਇਹਨਾਂ ਦੋਨਾਂ ਨੂੰ ਓਮੇਗਾ ਨਾਲ ਡਿਵਾਈਡ ਕਰਤਾ ਮਾਈਨਸ ਓਮੇਗਾ ਨਾਲ, फिर माइनस में माइनस अंदर मल्टीप्लाई करेंगे तो a1 b1 तो इतने a2 माइनस b2 आ जाएगा, ठीक है। ओमेगा डिवाइड करता। हूँ जो t × k1 अपॉन ओमेगा इज इक्वल टू z1 के बराबर होंगे, t × k2 अपॉन ओमेगा इज इक्वल टू z2 के बराबर होंगे, ठीक है। तो अपने को की आ गया इतने वैल्यू आप पुट करती तो अपने को नवी इक्वेशन आ गई, इनू भी याद रखना, ये अपनी सैकेंड इक्वेशन है, ठीक है। ये मैं बार बार दसी जा भी कि चीज़ों अगे लोड पैनी है। ਹੁਣ ਆਪਾਂ ਕਰਾਂਗੇ ਥਰਡ ਇਕੁਏਸ਼ਨ ਤੇ, ਥਰਡ ਇਕੁਏਸ਼ਨ ਕਿਸ ਤੇ ਡਰਾਈਵ ਕਰਨੀ ਹੈ। ਹੁਣ x ਇਕੁਅਲ ਤੇ ਪਹਿਲਾਂ ਆਪਾਂ ਜਿਹੜੀ ਬਾਉਂਡਰੀ ਕੰਡੀਸ਼ਨ ਲਾਈ ਸੀ ਆਹ ਵਾਲੀ ਇੱਥੇ, ਹੁਣ ਆ ਜਿਹੜੀ ਦੂਸਰੀ x ਇਕੁਅਲ ਤੇ ਉੱਥੇ ਵੀ ਦੋ ਇੰਸੀਡੈਂਟ ਹੋ ਰਹੀਆਂ ਨੇ, ਇੱਕ ਰੇ ਟਰਾਂਸਮਿਟ ਹੋ ਰਹੀ ਹੈ, ਤਾਂ ਦੋਨਾਂ ਦਾ ਸਮ ਇਕੁਅਲ ਟੂ ਇਹਦੇ ਬਰਾਬਰ ਹੋ ਜਾਊਗਾ a2 e रेज़ पावर यूटा मेगा टी b1 e रेज़ पावर यूटा मेगा टी k1, ठीक है, इक्वल टू a3 e रेज़ पावर यूटा मेगा टी k3 एक्सपेंस है, ठीक है। ਹੁਣ ਇਹਦੇ ਵਿੱਚ ਆਪਾਂ ਨੇ x ਇਕੁਅਲ ਐਲ ਪੁੱਟ ਕਰਨਾ, ਬਾਉਂਡਿੰਗ ਕੰਡੀਸ਼ਨਸ ਲਾਉਣੀਆਂ, ठीक है। ਹੁਣ ਬਾਉਂਡਰੀ ਕੰਡੀਸ਼ਨ ਲਾਉਣ ਦੇ ਨਾਲ ਹੀ ਦੇਖੋ
ਬਾਉਂਡਰੀ ਕੰਡੀਸ਼ਨ ਲਾਤੀਆਂ। ਇਹਦੇ ਵਿੱਚ ਇੱਕ ਧਿਆਨ ਰੱਖ, ਥੋੜਾ ਬਲਰ ਆ ਗਿਆ ਮੇਰੇ ਤੋਂ, ਠੀਕ ਹੈ। ਇੱਥੇ ਪਲੱਸ ਦਾ ਨਿਸ਼ਾਨ ਮਾਈਨਸ ਦੇਖ ਲਿਓ, ਠੀਕ ਹੈ। ਮਾਈਨਸ ਦਾ ਨਿਸ਼ਾਨ, ਸੌਰੀ ਇਹ ਮਲਟੀਪਲਾਈ ਪਾਇਆ ਨਾ, ਇੱਕ ਮੈਂ ਕਲੀਅਰ ਕਰ ਦਿੰਦਾ, ਇਹ ਮਾਈਨਸ ਦਾ ਨਿਸ਼ਾਨ, ਠੀਕ ਹੈ। ਤਾਂ ਆਪਣੇ ਕੋਲ ਆਹ ਕੰਡੀਸ਼ਨ ਆ ਗਈ। ਹੁਣ ਟੈਂਸ਼ੀਅਲ ਫੋਰਸ ਆਪਾਂ ਇੱਥੇ ਐਕਸ ਇਕੁਅਲ ਐਲ ਤੇ ਕਰ ਦੇਣੀ, ਤਾਂ ਉਹਨੂੰ ਡੈਰੀਵੇਟ ਕਰਕੇ ਉੱਥੇ ਆਪਾਂ ਐਕਸ ਇਕੁਅਲ ਐਲ ਪੁੱਟ ਕਰ ਦੋ, ਤਾਂ ਆਪਣੇ ਕੋਲ ਆਹ ਰਿਲੇਸ਼ਨ ਆ ਜਾਊਗਾ। ਇਹਦੇ 'ਚੋਂ ਫਿਰ ਉੱਦਾਂ ਹੀ ਆਪਾਂ ਜਿਵੇਂ ਪਹਿਲਾਂ ਕਰਦੇ ਆ ਰਹੇ ਹਾਂ, ਠੀਕ ਹੈ। ਦੋਨਾਂ ਸਾਈਡ 'ਤੇ ਮੇਗਾ ਨਾਲ ਡਿਵਾਈਡ ਕਰ ਦਿਓ, ਠੀਕ ਹੈ। ਇਹ Z2 ਬਣ ਗਿਆ, Z3 ਬਣ ਗਿਆ। ਹੁਣ ਦੇਖੋ ਆਪਣੇ ਕੋਲ ਸਾਰੇ ਜਿਹੜੇ ਆਪਾਂ ਜਿਹੜਾ ਬਾਉਂਡਰੀ ਕੰਡੀਸ਼ਨਸ ਲਾਈਆਂ ਨੇ, ਉਹਨਾਂ ਸਾਰਿਆਂ ਤੋਂ ਬਾਅਦ ਆਪਣੇ ਕੋਲ 4 ਇਕੁਏਸ਼ਨਸ ਆ ਗਈਆਂ, ਕਿਹੜੀਆਂ? ਇੱਕ ਤਾਂ ਦੂਸਰੀ ਆ, ਤੀਸਰੀ ਆ ਤੇ ਚੌਥੀ ਆ। ਹੁਣ ਇਹ ਚਾਰਾਂ ਤੋਂ ਆਪਾਂ ਅੱਗੇ ਸੋਲੂਸ਼ਨ ਕਰਨਾ, ਠੀਕ ਹੈ। ਇਹਨਾਂ ਚਾਰਾਂ ਤੋਂ ਆਪਾਂ ਨੇ A1 A2 B1 B2, ਠੀਕ ਹੈ, ਤੇ A3 ਦੀ ਵੈਲਿਊ ਕੱਢ ਲੈਣੀ ਹੈ, ਠੀਕ ਹੈ। ਉਸ ਤੋਂ ਬਾਅਦ ਦੇਖੋ ਆਪਾਂ ਕਿਵੇਂ ਕੱਢਣੀ ਇਹਨੇ, ਦੇਖੋ ਪਹਿਲਾਂ ਆਪਾਂ ਇੱਥੋਂ B1 ਦੀ ਵੈਲਿਊ ਕੱਢ ਲਈ, ਉਹ B1 ਦੀ ਵੈਲਿਊ ਇੱਥੇ ਪੁੱਟ ਕਰ ਦੇਣੀ। ਕੀ ਕੀਤਾ ਮੈਂ? ਤਾਂ B1 ਦੀ ਵੈਲਿਊ ਕੱਢੀ, B1 ਦੀ ਵੈਲਿਊ ਮੈਂ ਇਹਦੇ ਵਿੱਚ ਪੁੱਟ ਕਰਤੀ ਆ, ਦੂਸਰੀ B1 ਦੀ, ਠੀਕ ਹੈ। ਤਾਂ ਆਪਣੇ ਕੋਲ ਆਹ ਰਿਲੇਸ਼ਨ ਆ ਗਿਆ, ਠੀਕ ਹੈ। ਇਹ ਰਿਲੇਸ਼ਨ ਤੋਂ ਬਾਅਦ ਆਪਾਂ ਕੀ ਕੀਤਾ, ਇਹਨੂੰ ਸੋਲਵ ਕਰ ਲਿਆ। ਇੱਥੋਂ ਆਪਾਂ A1 ਦੀ ਵੈਲਿਊ ਕੱਢ ਲਈ, 2A1 ਇਕੁਅਲ ਬਾਕੀ ਸਾਰੇ ਟਰਮ ਉੱਧਰ ਲੈ ਕੇ ਆ ਗਈ, ਠੀਕ ਹੈ। ਇੱਥੋਂ A1 ਦੀ ਵੈਲਿਊ ਕੱਢਾਂਗੇ ਤਾਂ ਇਹਦੇ ਨੀਚੇ ਚੱਲ ਜੂਗਾ, ਠੀਕ ਹੈ। ਹੁਣ ਦੇਖੋ ਅੱਗੇ A1 ਦੀ ਵੈਲਿਊ ਆ ਗਈ, ਠੀਕ ਹੈ। ਹੁਣ ਆਪਾਂ ਜਿਹੜੀ ਇਕੁਏਸ਼ਨ ਚੌਥੀ ਆ ਉਹਦੇ ਵਿੱਚ ਆਪਣੇ ਕੋਲ ਆਹ ਚੀਜ਼ ਵੈਲਿਊ ਸੀਗੀ, ਠੀਕ ਹੈ। ਇੱਥੋਂ ਆਪਾਂ A2 ਦੀ ਵੈਲਿਊ ਕੱਢੀ, A2 ਦੀ ਵੈਲਿਊ ਜਦੋਂ ਆਪਾਂ ਦੋਨਾਂ ਨੂੰ ਐਡ ਕਰਾਂਗੇ ਤਾਂ A2 ਦੀ ਵੈਲਿਊ ਕਿੰਨੀ ਨਿਕਲ ਜੂਗੀ? A2 ਇਜ਼ ਇਕੁਅਲ ਟੂ ਦਿਸ ਵਨ। ਇਹਦੀ ਦੋਨਾਂ ਨੂੰ ਸਬਟਰੈਕਟ ਕਰਕੇ ਜਿਹੜੀ ਚੌਥੀ ਤੇ ਤੀਜੀ ਚੌਥੀ ਨੇ, ਉਹਨਾਂ ਦੋਨਾਂ ਨੂੰ ਸਬਟਰੈਕਟ ਕਰਕੇ ਆਪਾਂ B2 ਦੀ ਵੈਲਿਊ ਕੱਢ ਲਈ। ਹੁਣ ਜਿਹੜੀ A2 ਤੇ B2 ਦੀ ਵੈਲਿਊ ਆਈ ਹੈ ਇੱਥੇ ਪੁੱਟ ਕਰ ਲਓ ਇਹਨਾਂ ਦੋਨਾਂ 'ਚ, ਕਿਉਂਕਿ A1 ਦੀ ਆਪਾਂ ਕੱਢੀ, A2 B2 ਦੀ ਵੈਲਿਊ ਆਪਾਂ ਕੱਢ ਲਈ, ਉਹ ਵੈਲਿਊ ਇੱਥੇ ਪੁੱਟ ਕਰ ਲਓ, ਤਾਂ ਆਪਣੇ ਕੋਲ ਆਹ ਰਿਲੇਸ਼ਨ ਆ ਗਈ। ਹੁਣ ਇਹਨਾਂ ਨੂੰ ਆਪਾਂ ਮਲਟੀਪਲਾਈ ਕਰਨਾ, ਦੋਨਾਂ ਬ੍ਰੈਕਟ ਨੂੰ ਖੋਲ੍ਹਣਾ, ਠੀਕ ਹੈ। ਪਹਿਲਾਂ ਇਹਨੂੰ ਇਹਨਾਂ ਮਲਟੀਪਲਾਈ ਕਰਾਂਗੇ, ਫਿਰ ਇਹਨੂੰ ਇਹਨਾਂ, ਫਿਰ ਇਹਨੂੰ ਤੁਹਾਨੂੰ ਆਉਂਦੀ 10ਵੀਂ 'ਚ ਵੀ ਕਰਨਾ ਵੀ ਇਕੱਲੇ ਇਕੱਲੇ ਨੂੰ ਆਪਾਂ ਇਹਨੂੰ ਇਕੱਲੇ ਇਕੱਲੇ ਨੂੰ ਮਲਟੀਪਲਾਈ ਕਰਨਾ, ਤਾਂ ਆਪਣੇ ਕੋਲ ਆਹ ਰਿਲੇਸ਼ਨ ਬਣ ਗਿਆ, ਇੱਧਰ ਆਹ ਰਿਲੇਸ਼ਨ ਬਣ ਗਿਆ। ਇਹਦੇ 'ਚ 1 + Z3 upon Z1 ਆਪਾਂ ਕਾਮਨ ਕੱਢ ਲਿਆ, ਵਿੱਚ ਕੀ ਰਹੇਗਾ? e raised by iota k2 into L e raised by minus iota k2 into L ਡਿਵਾਈਡ ਬਾਈ 2, ਠੀਕ ਹੈ। ਇੱਦਾਂ ਇੱਧਰ ਇਹਦੇ 'ਚ ਕਾਮਨ ਕੱਢ ਲਿਆ, Z2 1/2 ਬਾਹਰ ਲਿਖ ਲਿਆ, Z2 upon Z1, ਇੱਕ 1/2 ਬਾਹਰ ਆ ਗਿਆ, 1/2 ਅੰਦਰ, ਕਿਉਂਕਿ 1/4 ਸੀਗਾ, ਠੀਕ ਹੈ। ਇੱਧਰ ਆਹ ਚੀਜ਼ ਆ ਗਈ। ਇਹਨੂੰ ਆਪਾਂ ਇਹ ਫਾਰਮੂਲਾ ਬਣ ਕੇ e raised by iota theta minus e raised by minus iota theta ਡਿਵਾਈਡ ਬਾਈ 2 ਹੁੰਦਾ sin of theta, ਇਹ sin of k2 into L ਆ ਗਿਆ, ਇਹ cos of k2 ਆ ਗਿਆ। ਹੁਣ ਆਪਣੇ ਕੋਲ ਜਿਹੜਾ ਆਹ ਚੀਜ਼ ਵੈਲਿਊ ਆਈ A2 A3 ਆਪਾਂ ਇਹਦੇ ਨੀਚੇ ਲੈ ਕੇ, ਇਹ ਕੀ ਹੈਗਾ? ਇੰਸੀਡੈਂਟ ਰੇ ਦਾ ਐਂਪਲੀਟਿਊਡ, ਆ ਕੀ ਹੈ? ਟਰਾਂਸਮਿਟ ਰੇ ਦਾ। ਇਹ ਕੀ ਹੈਗੀ? ਇੰਸੀਡੈਂਟ એનર્ਜੀ ਜੇ ਆਪਾਂ ਕੱਢਣੀ ਹੋਵੇ, ਟਰਾਂਸਮਿਟ એનર્ਜੀ ਕਿਵੇਂ ਕੱਢਾਂਗੇ? ਜਿੰਨੀ ਵੈਲਿਊ ਆਈ ਹੈ Z3 into A3 ਦਾ ਸਕੇਅਰ, ਆਪਾਂ ਕੱਢਿਆ ਹੈ ਇੰਸੀਡੈਂਟ ਟਰਾਂਸਮਿਟ Z into A ਦਾ ਐਂਪਲੀਟਿਊਡ ਦਾ ਸਕੇਅਰ, ਇਹਦੀ Z1 ਐਂਪਲੀਟਿਊਡ into A1 ਦਾ ਸਕੇਅਰ, ਠੀਕ ਹੈ। ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? A3 into A3 ਨੀਚੇ A1 into A1, ਇਹਨਾਂ ਦੋਨੋਂ ਨੂੰ ਅਲੱਗ-ਅਲੱਗ ਕਰ ਦਿਓ। ਹੁਣ ਦੇਖੋ ਇਹਨਾਂ A3 upon A1 A3 upon A1 ਦੀ ਆਪਾਂ ਵੈਲਿਊ ਕੱਢੀ, ਆ ਦੇਖੋ ਇਹ ਦੋਨੇ ਵੈਲਿਊ ਆਪਾਂ ਇਹ 'ਚ ਪੁੱਟ ਕਰ ਦੇਣੀ ਹੈ ਉਲਟਾ ਆ ਕੇ ਨੀਚੇ, ਠੀਕ ਹੈ। ਇਹ ਜਦੋਂ ਵੈਲਿਊ ਆਪਾਂ ਪੁੱਟ ਕਰਾਂਗੇ ਤਾਂ ਆਪਣੇ ਕੋਲ ਰਿਲੇਸ਼ਨ ਆ ਜਾਣਾ ET upon EI is equal to Z3 upon Z1 ਉੱਦਾਂ ਹੀ ਆ ਗਿਆ, ਆ ਆਪਾਂ 4 ਉੱਪਰ ਸਕੇਅਰ ਕਰਾਂਗੇ 4 ਆ ਗਿਆ, ਨੀਚੇ ਉਲਟਾ ਕੇ ਆਪਣੇ ਕੋਲ ਆ ਸੀ ਆ ਗਿਆ। ਹੁਣ ਇਹਦੀ ਮੈਕਸਿਮਮ ਵੇਵਲੈਂਥ ਜਿਹੜੀ ਹੁੰਦੀ ਹੈ ਉਹ ਕਹਿੰਦੇ ਲੈਮਡਾ ਦੀ 2/4, ਇਫ ਜੇ ਆਪਾਂ ਲੈ ਲੈਂਦੇ ਹਾਂ L ਦੀ ਵੈਲਿਊ ਲੈਣੀ ਲੈਮਡਾ 2/4, ਤਾਂ ਲੈਮਡਾ 2/4 ਪੁੱਟ ਕਰ ਦੋ L ਦੀ ਵੈਲਿਊ ਇੱਥੇ ਪੁੱਟ ਕੀਤੀ, K ਦੀ ਵੈਲਿਊ 2 ਪਾਈ ਲੈਮਡਾ 2 ਇੰਟੂ ਲੈਮਡਾ 2/4, ਲੈਮਡਾ 2 ਕੱਟਿਆ ਗਿਆ, ਇਹ ਕੀ ਬਣ ਗਿਆ? π/2, cos of π/2 0, sin of π/2 1, ਇਹਦੇ ਵਿੱਚ ਪੁੱਟ ਕਰ ਦੇਣਾ, ਤਾਂ ਇੱਥੇ cos of π/2 0 ਹੋ ਗਿਆ, sin of π/2 ਰਹਿ ਗਿਆ, ਠੀਕ ਹੈ। ਤਾਂ ਆਪਣੇ ਕੋਲ ਚੀਜ਼ ਆ ਗਈ। ਹੁਣ ਕਹਿੰਦਾ ਇਹ ਆਪਾਂ ਨੂੰ ਕੀ ਚਾਹੀਦਾ? ਜਿਹੜਾ ਮੈਚਿੰਗ ਇੰਪੀਡੈਂਸ ਇਸ ਤਰ੍ਹਾਂ ਦੀ ਚੀਜ਼ ਚਾਹੀਦੀ ਹੈ ਵੀ ਜਿਹੜਾ ਉਹਦਾ ਜਿਹੜਾ ਇੰਪੀਡੈਂਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ ਜਿਹੜੀ ਮੈਕਸਿਮਮ એનર્ਜੀ ਹੈ ਟਰਾਂਸਮਿਟ ਹੋ ਜਾਵੇ, ਠੀਕ ਹੈ ਨਾ। ਆਪਾਂ ਮੈਚਿੰਗ ਆਫ ਇੰਪੀਡੈਂਸ ਲਈ ਕਰ ਰਹੇ ਹਾਂ ਵੀ ਜਿਹੜਾ ਪਾਣੀ ਹੈ ਲੀਕ ਨਾ ਹੋਵੇ, ਠੀਕ ਹੈ। ਇਹਦਾ ਮਤਲਬ ਕੀ ਮੈਕਸਿਮਮ એનર્ਜੀ ਜਿਹੜਾ ਮੈਕਸਿਮਮ ਪਾਣੀ ਹੈ ਉਹ ਟਰਾਂਸਮਿਟ ਹੋ ਜਾਵੇ, ਲੀਕ ਨਾ ਹੋਵੇ। ਤਾਂ ਇਹਦਾ ਮਤਲਬ ਕੀ ਹੋਇਆ? ET ਇਜ਼ ਇਕੁਅਲ ਟੂ EI ਦੇ ਬਰਾਬਰ ਟਰਾਂਸਮਿਟ એનર્ਜੀ ਇਜ਼ ਇਕੁਅਲ ਟੂ ਇੰਸੀਡੈਂਟ એનર્ਜੀ ਦੇ ਬਰਾਬਰ ਚਾਹੀਦੀ ਹੈ। ਇਹਦਾ ਮਤਲਬ ਇਹਦੀ ਵੈਲਿਊ ਕਿੰਨੀ ਹੋਗੀ? 1, ET upon EI ਇਜ਼ ਇਕੁਅਲ ਟੂ, ਇੱਥੇ ਆਪਾਂ ਨੀਚੇ ਕਰਕੇ 1 ਕਰ ਲਾਂਗੇ, ਇਹਨੂੰ 1 ਦੇ ਬਰਾਬਰ ਪੁੱਟ ਕਰ ਦੋ। ਹੁਣ ਜਦੋਂ 1 ਦੇ ਬਰਾਬਰ ਪੁੱਟ ਕਰਾਂਗੇ ਇਹਨੂੰ ਆਪਾਂ ਸੋਲਵ ਕਰਾਂਗੇ, ਤਾਂ ਇੱਥੋਂ ਆਪਾਂ Z2 ਦੀ ਵੈਲਿਊ ਕੱਢਣੀ ਹੈ ਨਾ, ਹੈ ਨਾ। Z2 ਦੀ ਵੈਲਿਊ ਨੂੰ ਸੋਲਵ ਕਰ ਲਓ, ਸਕੇਅਰਿੰਗ ਕਰ ਦਿਓ, ਐਨਰਜੀ ਜੀ ਕੱਟੀ ਜਾਂਦੀ ਕੱਢ ਦਿਓ, ਠੀਕ ਹੈ। ਉਸ ਤੋਂ ਬਾਅਦ ਆਪਣੇ Z2 ਦੀ ਵੈਲਿਊ Z1 into Z3 ਦਾ ਅੰਡਰ,
ठीक है। ये ਸੀਗਾ ਆਪਣੇ ਕੋ ਮੈਚਿੰਗ ਆਫ ਇੰਪੀਡੈਂਸ। ਇਹਦਾ ਮਤਲਬ ਜਿਹੜਾ ਇੰਪੀਡੈਂਸ ਆ ਵਿੱਚ ਵਾਲੀ ਚੀਜ਼ ਆ, ਜਿਹੜੇ Z2 ਵਾਲੀ Z1 ਤੇ Z3 ਦਾ ਅੰਡਰ ਰੂਟ ਦੇ ਬਰਾਬਰ ਆ ਜਾਂਦੇ ਨੇ। ਠੀਕ ਹੈ ਜੀ, ਇਹ ਸੀਗਾ ਆਰਟੀਕਲ ਮੈਚਿੰਗ ਆਫ ਇੰਪੀਡੈਂਸ, ਇੰਪੋਰਟੈਂਟ ਆਰਟੀਕਲ। ਠੀਕ ਹੈ ਜੀ, ਉਸ ਤੋਂ ਅੱਗੇ ਚੱਲਦੇ ਹਾਂ ਆਪਾਂ, ਇਹਦੇ ਯੂਜ਼ ਕਿੱਥੇ ਕਿੱਥੇ ਕੀਤੇ ਜਾਂਦੇ ਨੇ। ਟਰਾਂਸਮਿਸ਼ਨ ਲਾਈਨ ਦੇ ਵਿੱਚ ਯੂਜ਼ ਕਰੇ, ਇਲੈਕਟ੍ਰਿਕ ਪਾਵਰ ਦੀ ਆਪਾਂ ਲਾਈਨ ਟਰਾਂਸਮਿਟ ਕਰਦੇ, ਜਿੱਥੇ ਆਪਾਂ ਨੇ ਜੋੜ ਪਾਉਣਾ ਲਾਈਨ ਦੇ ਵਿੱਚ ਵਾਇਰ ਦੇ ਵਿੱਚ, ਉੱਥੇ ਆਪਾਂ ਨੂੰ ਮੈਚਿੰਗ ਇੰਪੀਡੈਂਸ ਦੀ ਲੋੜ ਪੈਂਦੀ ਹੈ। ਜਿਹੜੀਆਂ ਐਂਟੀ ਰਿਫਲੈਕਸ਼ਨ ਫਿਲਮਸ ਨੇ ਲੈਂਸ ਦੇ ਉੱਤੇ, ਜਿਵੇਂ ਹੁਣ ਆਪਣੇ ਅੱਖਾਂ ਦੇ ਵਿੱਚ ਆਪਾਂ ਲੈਂਸ ਪਾਉਂਦੇ ਹਾਂ, ਜਾਂ ਜਿਹੜੀਆਂ ਐਨਕਾਂ ਲਾਉਂਦੇ ਹਾਂ, ਸਪੈਕਸ ਲਾਉਂਦੇ ਹਾਂ, ਤਾਂ ਉਹਦੇ ਵਿੱਚ ਇੱਕ ਐਂਟੀ ਰਿਫਲੈਕਸ਼ਨ ਕੋਟਿੰਗ ਕੀਤੀ ਜਾਂਦੀ ਹੈ ਫਿਲਮ ਦੀ। ਉਹਦਾ ਜਿਹੜਾ ਇੰਪੀਡੈਂਸ ਹੁੰਦਾ ਇਸ ਤਰ੍ਹਾਂ ਹੁੰਦਾ ਵਾ, ਤਾਂ ਕਿ ਉਹ ਮੈਕਸਿਮਮ ਪਾਵਰ ਕੀ ਟਰਾਂਸਮਿਟ ਹੋ ਜਾਵੇ, ਰਿਫਲੈਕਸ਼ਨ ਨਾ ਹੋਵੇ। ਠੀਕ ਹੈ, ਇਹ ਕਈ ਚੀਜ਼ਾਂ ਵਿੱਚ ਯੂਜ਼ ਕੀਤਾ ਜਾਂਦਾ। ਅੱਗੇ ਹੈਗਾ, ਆਪਾਂ ਦੇਖੋ ਹੁਣ ਤੱਕ ਜਿਹੜਾ ਆਪਾਂ ਕਰਦੇ ਆ ਰਹੇ ਸੀਗੇ, ਉਹ ਸੀਗਾ ਆਪਣੇ ਕੋਲ ਟਰਾਂਸਮਿਟ ਵੇਵ, ਪ੍ਰੋਗਰੈਸਿਵ ਵੇਵ ਲਈ, ਸੌਰੀ ਟਰਾਂਸਮਿਟ ਪ੍ਰੋਗਰੈਸਿਵ ਵੇਵ ਜਿਹੜੀਆਂ ਨੇ, ਜਿਹੜੀਆਂ ਟਰੈਵਲ ਕਰਦੀਆਂ ਨੇ, ਉਹਨਾਂ ਵਾਸਤੇ ਆਪਾਂ ਗੱਲ ਕਰ ਰਹੇ ਸੀਗੇ। ਹੁਣ ਆਪਣੇ ਕੋਲ ਜਿਹੜਾ ਆਰਟੀਕਲ ਆ ਰਿਹਾ ਵਾ, ਉਹ ਹੈਗਾ ਵਾ ਸਟੇਸ਼ਨਰੀ ਵੇਵ ਬਾਰੇ ਪੜ੍ਹਨਾ ਆਪਾਂ। ਸਟੇਸ਼ਨਰੀ ਵੇਵ ਸਟੈਂਡਿੰਗ ਵੇਵ ਨੂੰ ਕਹਿੰਦੇ ਨੇ, ਪਰ ਇਹ ਐਕਚੁਅਲੀ ਸਟੈਂਡਿੰਗ ਨਹੀਂ ਹੁੰਦੀਆਂ, ਹੁੰਦੀਆਂ ਪ੍ਰੋਗਰੈਸਿਵ ਨੇ। ਪਰ ਇਹ ਕੀ ਹੈ, ਜਦੋਂ ਕਿਸੇ ਜਗ੍ਹਾ ਤੋਂ ਟਕਰਾ ਕੇ ਵਾਪਸ ਹੁੰਦੀਆਂ, ਰਿਫਲੈਕਟ ਹੁੰਦੀਆਂ ਨੇ, ਤਾਂ ਇਹਨਾਂ ਦਾ ਫੇਸ ਡਿਫਰੈਂਸ 180 ਹੁੰਦਾ, ਫ੍ਰੀਕੁਐਂਸੀ ਸੇਮ ਹੁੰਦੀ ਹੈ, ਐਂਪਲੀਟਿਊਡ ਸੇਮ ਹੁੰਦਾ, ਪਰ ਉਹ ਆਪਾਂ ਨੂੰ ਇਸ ਤਰ੍ਹਾਂ ਲੱਗਦੇ ਨੇ ਵੀ ਉਹ ਖੜੀਆਂ ਨੇ। ਠੀਕ ਹੈ, ਤੇ ਨੈਟ ਟਰਾਂਸਫਰ ਉਹ ਜਿਹੜੀ એનર્ਜੀ ਹੁੰਦੀ ਹੈ, ਜ਼ੀਰੋ ਹੋ ਜਾਂਦੀ ਹੈ। ਠੀਕ ਹੈ, ਪ੍ਰੋਗਰੈਸਿਵ ਵੇਵ ਬਾਰੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀ। ਸਟੇਸ਼ਨਰੀ ਵੇਵ ਬਾਰੇ ਤੁਹਾਨੂੰ ਦੱਸਤਾ ਵੀ ਜਿਹਦੇ ਵਿੱਚ ਕਰਸਟ ਦੇ ਤਰਫ ਨੇ ਡੂ ਨਾਟ ਚੇਂਜ ਦਾ ਲੋਕੇਸ਼ਨ ਵਿਦ ਇਨ ਸਪੇਸ, ਇਸ ਕਾਲ ਜਿਹਦੇ ਵਿੱਚ ਕਰਸਟ ਦੇ ਤਰਫ ਨੇ, ਜਾਂ ਕੰਪਰੈਸ਼ਨ ਨੇ, ਰਿਫਰੈਸ਼ਨ ਨੇ, ਉਹ ਜਿਹੜੀਆਂ ਵਿਦ ਰਿਸਪੈਕਟ ਟੂ ਟਾਈਮ ਜਾਂ ਉਹ ਲੋਕੇਸ਼ਨ ਨਹੀਂ ਚੇਂਜ ਕਰਦੇ, ਉਹਨੂੰ ਆਪਾਂ ਕਹਿੰਦੇ ਸਟੇਸ਼ਨਰੀ ਵੇਵ। ਠੀਕ ਹੈ, ਹਾਂਜੀ, ਇਹਦੇ 'ਚ ਦੋ ਡੈਫੀਨੇਸ਼ਨ ਹੋਰ ਨੇ। ਇਹ ਮੈਂ ਤੁਹਾਨੂੰ ਦੱਸ ਦਿੱਤਾ, ਸਟੇਸ਼ਨਰੀ ਵੇਵ ਮੈਂ ਪਹਿਲਾਂ ਵੀ ਬਣਾ ਕੇ ਦੱਸਿਆ, ਉਹ ਤੁਹਾਨੂੰ ਕਰਨ ਦੀ ਲੋੜ ਨਹੀਂ। ਜਿਵੇਂ ਹਨ ਆਹ ਵੇਵ ਜਾਂਦੀ ਸੀ ਇਸ ਰੋਡ, ਇੱਥੇ ਕੰਨ ਤੱਕ, ਠੀਕ ਹੈ, ਇੱਥੋਂ ਇਹ ਰਿਫਲੈਕਟ ਹੋ ਗਈ। ਦੇਖੋ ਸੇਮ ਆ, ਦੇਖ ਆ ਜੀ, ਜਿਵੇਂ ਪਾਣੀ ਦੇ ਜੋ ਬੱਟਾ ਮਾਰਦੇ ਆ, ਮੰਨ ਲਓ ਆਹ ਤਲਾਅ ਸੀਗਾ ਕੋਈ, ਇਹਦੇ ਸੈਂਟਰ 'ਚ ਆਪਾਂ ਬੱਟਾ ਮਾਰਤਾ, ਤਾਂ ਲੇਅਰਾਂ ਕਿੱਧਰ ਨੂੰ ਜਾਣਗੀਆਂ, ਪਾਣੀ ਦੀਆਂ ਲਹਿਰਾਂ ਇੱਧਰ ਨੂੰ ਜਾਣਗੀਆਂ। ਇਹਦੇ ਤੋਂ ਜਦੋਂ ਇੱਥੇ ਟਕਰਾ ਕੇ ਵਾਪਸ ਹੋਣਗੀਆਂ, ਤਾਂ ਉਹ ਵਾਪਸ ਆਉਣਗੀਆਂ ਥੋੜਾ ਐਂ ਕਰਕੇ, ਸੇਮ ਫ੍ਰੀਕੁਐਂਸੀ। ਤਾਂ ਉਸ ਜਦੋਂ ਤੱਕ ਤਾਂ ਇੱਧਰ ਨੂੰ ਜਾ ਰਹੀਆਂ ਸੀ, ਉਦੋਂ ਤੱਕ ਤਾਂ ਆਪਾਂ ਨੂੰ ਲੱਗਦੀ ਹੈ ਪ੍ਰੋਗਰੈਸਿਵ ਵੇਵ, ਪਾਣੀ ਇੱਧਰ ਨੂੰ ਜਾ ਰਿਹਾ ਸਾਡੇ ਕੋਲ। ਜਦੋਂ ਟਕਰਾ ਕੇ ਉਹਨਾਂ ਨਾਲ ਮੈਚ ਕਰ ਦਿੰਦਾ, ਸੁਪਰ ਇੰਪੋਜ਼ ਕਰਦਾ, ਤਾਂ ਪਾਣੀ ਆਉਂਦਾ ਵੀ ਇੱਕ ਜਗ੍ਹਾ 'ਤੇ ਐਂ ਖੱਲੀ ਜਾ ਰਿਹਾ, ਉਹਨੂੰ ਆਪਾਂ ਸਟੇਸ਼ਨਰੀ ਵੇਵ ਕਹਿੰਦੇ ਹਾਂ। ਉਸੇ ਤਰ੍ਹਾਂ ਇਹ ਚੀਜ਼ ਹੈ, ਆ ਦੇਖੋ ਸੇਮ ਫੇਸ ਦੇ ਵਿੱਚ, ਆਊਟ ਫੇਸ ਦੇ ਵਿੱਚ ਸੇਮ ਐਂਪਲੀਟਿਊਡ, ਸੇਮ ਫ੍ਰੀਕੁਐਂਸੀ ਨਾਲ ਵਾਪਸ ਆ ਗਈ, ਇਸ ਕਰਕੇ ਇਹਨੂੰ ਆਪਾਂ ਸਟੇਸ਼ਨਰੀ ਵੇਵਸ ਕਹਿੰਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ, ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੇ ਨੇ ਨੋਡਸ, ਇੱਕ ਹੁੰਦੇ ਨੇ ਐਂਟੀ ਨੋਡਸ। ਮੰਨ ਲਓ ਆ ਸਟੇਸ਼ਨਰੀ ਵੇਵ ਬਣ ਗਿਆ ਆਪਣੇ ਕੋਲ, ਇੱਥੋਂ ਰਿਫਲੈਕਟ ਹੋ ਗਿਆ, ਵਾਪਸ ਆ ਗਈ। ਠੀਕ ਹੈ, ਨੋਡ ਕਹਿੰਦਾ ਉਹ ਪੁਆਇੰਟ ਆ ਜਿੱਥੇ ਐਂਪਲੀਟਿਊਡ ਸਟੇਸ਼ਨਰੀ ਵੇਵ ਹੈ ਮਿਨੀਮਮ। ਆਹ ਨੋਡਸ ਨੇ ਸਾਰੇ, ਆਹ ਨੋਡ ਆ, ਆਹ ਵੀ ਨੋਡ ਪੁਆਇੰਟ ਆ, ਆਹ ਵਾਲਾ, ਆਹ ਪੁਆਇੰਟ ਵੀ ਨੋਡ ਆ, ਆਹ ਪੁਆਇੰਟ ਵੀ ਨੋਡ ਆ, ਜਿੱਥੇ ਐਂਪਲੀਟਿਊਡ ਆਫ ਸਟੇਸ਼ਨਰੀ ਵੇਵ ਕੀ ਹੈ, ਜ਼ੀਰੋ। ਕਹਿੰਦਾ ਐਂਟੀ ਨੋਡ ਕਿਹੜੇ ਹੁੰਦੇ ਨੇ, ਜਿਵੇਂ ਹੁਣ ਮੰਨ ਲਓ ਆਹ ਪੁਆਇੰਟ ਕੱਟ ਕਰਦੇ, ਆਹ ਵਾਲਾ ਇੱਥੇ, ਆ ਜਿੱਥੇ ਐਂਪਲੀਟਿਊਡ ਕੀ ਹੈ ਸਟੇਸ਼ਨਰੀ ਵੇਵ ਦਾ ਮੈਕਸਿਮਮ ਹੁੰਦਾ, ਉਹਨੂੰ ਆਪਾਂ ਕਹਿੰਦੇ ਐਂਟੀ ਨੋਡਸ। ਠੀਕ ਹੈ, ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਗੇ ਮੈਥਮੈਟਿਕਲ ਐਨਾਲਿਸਿਸ ਆਫ ਫਾਰਮੇਸ਼ਨ ਆਫ ਸਟੇਸ਼ਨਰੀ ਵੇਵਸ ਹੈ। ਹੁਣ ਆਪਾਂ ਮੈਥਮੈਟਿਕਲ ਐਨਾਲਿਸਿਸ ਕੱਢਣਾ ਵੀ ਫਾਰਮੇਸ਼ਨ ਸਟੇਸ਼ਨਰੀ ਵੇਵਸ ਕੀ ਹੈ, ਕਿਵੇਂ ਬਣਦੀਆਂ ਨੇ। ਠੀਕ ਹੈ ਜੀ, ਹੁਣ ਦੇਖੋ ਇਹ ਸੌਖਾ ਹੀ ਹੈ, ਇਹ 'ਚ ਕੋਈ ਖਾਸ ਨਹੀਂ ਗੱਲ। ਕਹਿੰਦਾ ਆਪਾਂ ਪਹਿਲਾਂ ਕੀਤੀ ਹੋਇਆ ਵਾ ਵੀ ਜਿਹੜੀ ਆਪਣਾ ਸੋਲਿਊਸ਼ਨ ਹੁੰਦਾ ਵਾ ਵੇਵ ਦਾ, ਉਹ ਕਹਿੰਦਾ ਵਾਈ ਆਈ A1 ਈ ਰੈਸ ਪਾਵਰ ਯੋਟਾ ਮੇਗਾ ਟੀ ਮੀਨਸ ਕੇ ਐਕਸ ਹੁੰਦਾ। ਇਹਦੀ ਵਾਈ ਆਰ ਦਾ ਰਿਫਲੈਕਟਰ ਦੇ ਵਿੱਚ ਸਿਰਫ ਐਕਸ ਜਗ੍ਹਾ ਤੇ ਮਾਈਨਸ ਐਕਸ ਹੋ ਜਾਣਾ। ਠੀਕ ਹੈ, ਤੇ ਐਂਪਲੀਟਿਊਡ ਦਾ A2 ਹੋ ਗਿਆ। ਹੁਣ ਜਦੋਂ ਦੋਨੇ ਸੁਪਰ ਇੰਪੋਜ਼ ਕਰਨਗੇ, ਸਟੇਸ਼ਨਰੀ ਵੇਵ ਬਣਨਗੀਆਂ, ਤਾਂ ਵਾਈ ਆਈ ਪਲੱਸ ਵਾਈ ਆਰ ਹੋ ਗਿਆ, ਦੋਨਾਂ ਨੂੰ ਪਲੱਸ ਕਰਨਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਜਿਹਦੇ ਬਾਉਂਡਰੀ ਕੰਡੀਸ਼ਨ ਲਾਤੀਆਂ, ਕੀ ਦਿੱਤੇ ਵੀ ਐਕਸ ਇਕੁਅਲ 0 ਤੇ ਐਕਸ ਇਕੁਅਲ L ਤੇ ਦੋਨਾਂ ਦੀ ਵੈਲਿਊ, ਵਾਈ ਦੀ ਵੈਲਿਊ ਕਿੰਨੀ ਹੁੰਦੀ, 0। ਕਿਵੇਂ 0 ਹੋਊਗੀ, ਦੇਖੋ ਆਪਾਂ ਇੱਥੇ ਡਾਇਗਰਾਮ ਬਣਾ ਕੇ ਦਿਖਾਉਣਾ ਮੈਨੂੰ, ਆਹ ਚੀਜ਼ ਆ ਐਕਸ ਇਕੁਅਲ 0 ਆ, ਆ ਐਕਸ ਇਕੁਅਲ L। ਠੀਕ ਹੈ, ਇੱਥੇ ਵਾਈ ਦੀ ਵੈਲਿਊ ਕਿੰਨੀ ਹੈ, ਵਾਈ ਦੀ ਵੈਲਿਊ ਆਹ ਵਾ ਉੱਪਰ ਨੂੰ, ਇੱਥੇ ਵਾਈ ਦੀ ਵੈਲਿਊ ਕਿੰਨੀ 0, ਇੱਥੇ ਵੀ ਵਾਈ ਦੀ ਵੈਲਿਊ 0, ਇੱਥੇ ਵੀ ਵਾਈ ਦੀ ਵੈਲਿਊ। ਠੀਕ ਹੈ, ਤਾਂ ਆਪਾਂ ਵੈਲਿਊ, ਤਾਂ ਵਾਈ ਦੀ ਵੈਲਿਊ 0, ਐਕਸ ਦੀ ਵੈਲਿਊ 0 ਪੁੱਟ ਕਰਕੇ ਵਾਈ ਦੀ ਵੈਲਿਊ 0 ਪੁੱਟ ਕਰ ਦੋ, ਤਾਂ A1 ਆ ਜਾਊਗਾ ਮਾਈਨਸ A2, ਸੇਵ ਨੂੰ ਆਪਾਂ A ਲਿਖਤਾ। ਇਹ ਆਪਾਂ ਇੱਥੇ ਪੁੱਟ ਕਰਾਂਗੇ C ਮਾਈਨਸ A ਲਿਖ ਦਾਂਗੇ, ਤਾਂ ਆਪਣੇ ਕੋਲ ਆਹ ਫਾਰਮੂਲਾ ਬਣੂਗਾ। ਠੀਕ ਹੈ, ਦੇਖੋ ਆਹ ਕਰਤਾ। ਹੁਣ ਇਹ ਰਿਸ ਪਾਵਰ ਯੂਟਾ ਮੇਗਾ ਟੀ
मैन सी उल्टा के एक्स है ना डिवाइड बाय 2 वो कि साइन ऑफ इनू मैं 2 नहीं इनू आप की करता मैं 2 ना मल्टीप्लाई करता 2 ने डिवाइड करता ठीक है ताई की बन गया साइन ऑफ के एक्स आ 2 आ जाए 2 ए उल्टा साइन ऑफ के एक्स ਹੁਣ ਆਪਾਂ x ਇਕੁਅਲ ਟੂ l ਲਓ x ਦੀ ਗੱਲ ਤੇ y ਦੀ ਵੈਲਿਊ 0 ਆ ਤਾਂ ਆਪਣੇ y ਦੀ ਵੈਲਿਊ 0 ਹੋਗਾ ਤਾਂ ਮਾਈਨਸ 2 ਏਓਟਾ ਇੱਥੇ ਮਾਈਨਸ 2 ਏਓਟਾ ਨਹੀਂ ਹੈਗਾ ਮਾਈਨਸ ਸੈਕੰਡ ਇਹ ਏਓਟਾ ਮੈਗਾ ਟੀ ਸਾइन ऑफ k ਇਨਟੂ l ਠੀਕ ਹੈ ਇਹ ਜੀ ਬਣ ਜੂਗੀ ਹੁਣ ਇਹ 0 ਕਦੋਂ ਹੋਗੀ ਆਹ ਟਰਮ 0 ਨਹੀਂ ਹੋ ਸਕਦੀ ਆਹ ਟਰਮ 0 ਕਦੋਂ ਹੋਗੀ ਜਦੋਂ ਸਾइन ऑफ kl ਦੀ ਵੈਲਿਊ 0 ਸਾइन ऑफ kl ਦੀ ਵੈਲਿਊ ਕਰੋ ਜਿਹੜੀ ਹੁੰਦੀ ਹੈ n ਇਕੁਅਲ ਟੂ n ਪਾਈ ਦੇ ਬਰਾਬਰ ਠੀਕ ਹੈ ਜਿਵੇਂ ਸਾइन 0 ਦੀ ਵੈਲਿਊ 0 ਹੁੰਦੀ ਹੈ 1 ਦੀ ਜਦੋਂ n ਦੀ ਵੈਲਿਊ 1 ਪੁੱਟ ਕਰਾਂਗੇ ਪਾਈ ਦੀ ਵੈਲਿਊ 0 ਹੁੰਦੀ ਹੈ n ਦੀ ਵੈਲਿਊ 2 ਪੁੱਟ ਕਰਾਂਗੇ 2 ਪਾਈ ਦੀ ਵੈਲਿਊ साइन ऑफ k ਦੀ 0 ਹੈ ਨਾ ठीक है साइन ऑफ kl की वैल्यू n पाई बराबर होगी तो साइन ऑफ kl की वैल्यू की है 0 होगी ठीक है हुण ये वैल्यू आप अगे सॉल्व कर लेनी है देखो ठीक है के इंटू एल इक्वल कि मापांगे n पाई बराबर के की वैल्यू कि 2 पाई अपॉन लैम्डा n तो लैम्डा n कि आ गया 2l अपॉन n ठीक है तो लैम्डा की वैल्यू दसो आ गई ਹੁਣ ਇਹ 'ਚੋਂ ਆਪਾਂ ਨੋਡਸ ਐਂਟੀ ਨੋਡਸ ਪਤਾ ਲੱਗ ਜਾਣਗੇ n ਇਕੁਅਲ ਟੂ 1 ਹੈ ਤਾਂ ਲੈਮਡਾ ਬਾਈ n ਬਾਈ 2 ਹੋਗੀ ਲੈਮਡਾ ਬਾਈ n ਇਕੁਅਲ 2 ਹੈ ਤਾਂ ਲੈਮਡਾ ਬਾਈ n ਬਾਈ 2 n ਬਾਈ 2 ਹੋ ਜੂਗੀ ਲੈਮਡਾ ਬਾਈ n ਦੀ ਵੈਲਿਊ 3 ਹੈ ਤਾਂ ਲੈਮਡਾ ਬਾਈ 3 ਲੈਮਡਾ ਬਾਈ 2 ਲੈਮਡਾ ਬਾਈ ਸੌਰੀ ਲੈਮਡਾ ਬਾਈ 2 ਲੈਮਡਾ ਬਾਈ 2 ਲੈਮਡਾ 2 ਹੋ ਜਾਏ ਠੀਕ ਹੈ ਉਨੇ ਹੀ ਨੋਡਸ ਬਣੀ ਜਾਣਗੇ ਲੋਕੇਸ਼ਨ ਆਫ ਨੋਡਸ ਕੀ ਹੈ y ਇਕੁਅਲ ਟੂ 0 ਜਿੱਥੇ ਕਹਿੰਦਾ y ਦੀ ਵੈਲਿਊ 0 ਹੋਗੀ ਉਹ ਨੋਡ ਹੁੰਦੇ ਨੇ ਜਿੱਥੇ y ਦੀ ਵੈਲਿਊ ਕਿੰਨੀ ਹੈ 0 ਹੁਣ ਆਪਾਂ ਇਹਦੀ ਲੋਕੇਸ਼ਨ ਕੱਢਣੀ ਹੈ ਤਾਂ ਸਾइन ऑफ kx इक्वल टू 0 n पाई ठीक है दैट इज x इक्वल टू n पाई अपॉन k x इक्वल टू बराबर साइन ऑफ k x इक्वल टू ਆਪਾਂ ਹੁਣੇ ਕੀਤਾ ਸੀ ਨਾ k x इक्वल टू ਆ ਦੇਖੋ ਆ ਲੈ k इनटू ਹੁਣ l ਦੀ ਜਗ੍ਹਾ ਆਪਾਂ x ले k x इक्वल टू n पाई ਦੇਖੋ ਇੱਥੇ ਲਿਖਤਾ ਆਪਾਂ ਨੇ k x इक्वल टू n पाई x इक्वल टू n k n पाई अपॉन k k ਦੀ ਵੈਲਿਊ ਪੁੱਟ ਕਰਤੀ 2 ਪਾਈ ਲੈਂਡਾ ਇਹਨੂੰ ਜਦੋਂ ਜਿਹੜੀ ਚੀਜ਼ ਕੱਟੀ ਜਾਂਦੀ ਕੱਟੀ ਪਾਈ ਨਾ ਪਾਈ ਕੱਟੇਗਾ ਤਾਂ ਆਪਣੇ ਕੋਲ n ਦੀ ਲੈਂਡਾ ਬੈਠੂਗਾ ਤਾਂ ਲੋਕੇਸ਼ਨ ਆ ਜੂਗੀ ਲੈਮਡਾ ਬਾਈ 2 ਤੇ n ਲੈਮਡਾ ਬਾਈ 2 3 ਲੈਮਡਾ ਬਾਈ 2 ਤੇ n ਇਹ ਕੀ ਹੈ ਲੋਕੇਸ਼ਨ ਆਫ ਨੋਡਸ ਲੋਕੇਸ਼ਨ ਆਫ ਐਂਟੀ ਨੋਡ ਕਦੋਂ ਹੋਣਗੇ ਐਂਟੀ ਨੋਡ ਦੇ ਵਿੱਚ ਡਿਸਪਲੇਸਮੈਂਟ ਮੈਕਸਿਮਮ ਹੋਣੀ ਚਾਹੀਦੀ ਡਿਸਪਲੇਸਮੈਂਟ ਮੈਕਸਿਮਮ ਕੋਈ ਸਾइन ऑफ kx ਦੀ ਵੈਲਿਊ ਕਿੰਨੀ 1 ਹੋਣੀ ਚਾਹੀਦੀ ਹੈ kx ਦੀ ਵੈਲਿਊ 1 ਕਦੋਂ ਹੋਊਗੀ ਜਦੋਂ साइन ऑफ 2 ਪਾਈ ਪਲੱਸ 1 ਇਨਟੂ ਪਾਈ ਬਾਈ 2 ਦੇ ਜਿਹੜਾ साइन ਦੀ ਵੈਲਿਊ ਜਿਵੇਂ 90 ਤੇ 1 ਹੁੰਦੀ ਹੈ ठीक है फिर 180 ਤੇ 1 ਤੁਸੀਂ ਉਹ ਚੀਜ਼ ਵੈਲਿਊ ਬਣਾਤੀ 2n ਪਲੱਸ 1 ਪਾਈ ਬਾਈ 2 ਤੇ ठीक है ਹੁਣ ਆਪਾਂ ਇਹ ਵੈਲਿਊ ਪੁੱਟ ਕਰ ਦਾਂਗੇ ठीक है तो इतों x की वैल्यू आ जाएगी 2n प्लस 1 लैम्डा बाय 4 ये जड़ियाँ 1 फिर 2 पुट कर 1 पुट करोगे 3 ठीक है 1 पुट के 0 पुट कर दो पहला 0 ये की बन गया 0 लैम्डा बाय 4 1 पुट करोगे 3 लैम्डा बाय 4 2 पुट करोगे 5 लैम्डा 4 ठीक है ये जी लोकेशन आ जाएगी एक आएंगे एंटी नोड से अगे आइजन फ्रिक्वेंसी डेफिनेशन होती है ध्यान पढ़ लियो ठीक है The frequency of the various normal mode is called Eigen frequency of the string. जिन्नियां भी ਜਿਹੜੀ ਫ੍ਰੀਕੁਐਂਸੀ ਹੈ ਵੇਰੀਅਸ ਨਾਰਮਲ ਬੋਰਡ ਦੇ ਵਿੱਚ ਉਹਨੂੰ ਆਈਜ਼ਨ ਫ੍ਰੀਕੁਐਂਸੀ ਕਹਿੰਦੇ ਫॉर n is equal to 1 ਜਦੋਂ n is equal to 1 ਹੋਗਾ ਤਾਂ fn ਦੀ ਵੈਲਿਊ ਹੋਗੀ c upon lambda n ਤੇ l is equal to n lambda by 2 ਹੁਣੇ ਆਪਾਂ ਕੱਢ ਕੇ ਹਟੇ n lambda by 2 ਠੀਕ ਹੈ ਤਾਂ lambda n ਕਿਹਦੇ ਬਰਾਬਰ ਆ ਗਿਆ 2l upon n ठीक है lambda n ਦੀ ਵੈਲਿਊ ਇੱਥੇ ਪੁੱਟ ਕਰ ਦੋ ਤਾਂ ਆਪਣੇ ਕੋਲ ਆਈਜ਼ਨ ਫ੍ਰੀਕੁਐਂਸੀਜ਼ ਆ ਜਾਣਗੀਆਂ ठीक है आइजन फंक्शनस ਜਿਹੜੇ ਨੇ ਜਿਹੜੇ ਕੋਰਸਪੋਂਡਿੰਗ ਜਿਹੜੀ ਆਪਣੀ ਆਪਣੇ ਇਹਨਾਂ ਮੈਚ ਕਰਦੇ ਨੇ ਸਟ੍ਰਿੰਗ ਨਾਲ nth ਮੋਡ ਲਈ ਉਹਨੂੰ ਆਪਾਂ ਆਈਜਨ ਫੰਕਸ਼ਨ ਕਹਿੰਦੇ ਜਿਵੇਂ y ਇਕੁਅਲ ਟੂ 2 ਏਓਟਾ a e ਏਓਟਾ ਮੇਗਾ ਦੀ ਸਾइन ऑफ kx ਹੈ ਠੀਕ ਹੈ ਹੁਣ ਜਿਹੜੀਆਂ ਐਂਗੂਲਰ ਫ੍ਰੀਕੁਐਂਸੀ nth ਮੋਡ ਨੂੰ ਆਪਾਂ ਕਿਵੇਂ ਡਿਨੋਟ ਕਰਦੇ ਹਾਂ ਓਮੇਗਾ n ਦੇ ਨਾਲ ਵੀ k ਇਕੁਅਲ ਟੂ 2 ਪਾਈ ਪਰ ਲੈਮਡਾ ਠੀਕ ਹੈ ਇਹਨੂੰ ਨਿਊ ਨਾਲ ਮਲਟੀਪਲਾਈ ਕਰ ਨਿਊ ਨਾਲ ਡਿਵਾਈਡ ਕਰ ਦੋ ਇਹ ਮੇਗਾ ਆ ਗਿਆ ਦੱਸਣ ਲੱਗੇ ਸੀ ਹੈਗੇ ਹੁਣ ਜਿਹੜੇ ਇਹ ਕੀ ਹੈ ਮੇਗਾ ਸਾइन ऑफ मेगा n अपॉन c ਕੀ ਹੈ ਆਈਜਨ ਫੰਕਸ਼ਨ ਠੀਕ ਹੈ ਜੀ ਇਹ ਸੀਗਾ ਆਪਣੇ ਕੋਲ ਨੋਡਸ ਐਂਟੀ ਨੋਡ ਸਟੇਸ਼ਨਰੀ ਵੇਵਸ ਕਿਵੇਂ ਫਾਰਮ ਹੁੰਦੀਆਂ ਨੇ ਹਨਾ ਕਿ ਉਹਨਾਂ ਦੀ ਇਕੁਏਸ਼ਨਸ ਸੋਲਵ ਕਿਵੇਂ ਕਰਨਾ ਠੀਕ ਹੈ ਹੁਣ ਉਸ ਤੋਂ ਬਾਅਦ ਉਹਦੀ ਆਪਾਂ ਪਹਿਲਾਂ ਜਿਵੇਂ ਆਪਾਂ ਪ੍ਰੋਗਰੈਸਿਵ ਵੇਵ ਦੀ ਆਪਾਂ ਜਿਹੜੀ ਪ੍ਰੋਗਰੈਸਿਵ ਵੇਵ ਸੀਗੀ ਉਹਦੀ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਡਰਾਈਵ ਕਰਦੇ ਸੀਗੇ ਉਸੇ ਤਰ੍ਹਾਂ ਆਪਾਂ ਹੁਣ ਇਹਦੀ ਜਿਹੜੀ ਆਪਣੀ स्टेशनरी वेव है वो आप डिफरेंशियल इक्वेशन ट्राई करनी है ठीक है वो डिफरेंशियल इक्वेशन ड्राइव करने की
ਆਪਾਂ ਉਹਦਾ ਸੋਲੂਸ਼ਨ ਲੈਣਾ ਪਹਿਲਾਂ y ਇਜ਼ ਇਕੁਅਲ ਟੂ 2 ਇਓਟਾ a e ਰਿਸਪੈਕਟ ਇਓਟਾ ਮੇਗਾ ਦੀ ਸਾਈਨ ਆਫ kx ਹੈ। ਇਹਨੂੰ ਡਿਫਰੈਂਸ਼ੀਏਟ ਕਰਨਾ ਵਿਦ ਰਿਸਪੈਕਟ ਟੂ ਟਾਈਮ, ਕਿਉਂਕਿ ਆਪਣੇ ਕੋਲ ਇੱਕ ਤਾਂ ਡਬਲ ਡੈਰੀਵੇਟਿਵ ਹੁੰਦਾ ਵਿਦ ਰਿਸਪੈਕਟ ਟੂ ਟਾਈਮ ਦੇ ਨਾਲ, ਇੱਕ ਡਬਲ ਡੈਰੀਵੇਟਿਵ ਹੁੰਦਾ ਵਿਦ ਰਿਸਪੈਕਟ ਟੂ ਐਕਸ ਦੇ ਨਾਲ। ਆਪਾਂ ਇਹਦੇ ਚੋਂ ਦੋਨੇ ਡੈਰੀਵੇਟਿਵ ਕੱਢਣੇ ਨੇ, ਫਿਰ ਦੋਨਾਂ ਨੂੰ ਆਪਾਂ ਦੇਖਾਂਗੇ ਕਿਹੜੀ ਚੀਜ਼ ਲੋਕੇਟ ਕਰਨੀ ਹੈ। ਹੁਣ ਇਹਦੇ ਲਈ ਤੁਹਾਨੂੰ ਸੋਲੂਸ਼ਨ ਯਾਦ ਹੋਣਾ ਚਾਹੀਦਾ। ਜੇ ਤੁਹਾਨੂੰ ਸਟੇਸ਼ਨਰੀ ਵੇਵ ਦਾ ਸੋਲੂਸ਼ਨ ਆਹ ਯਾਦ ਹੋਊਗਾ ਤਾਂ ਡਿਫਰੈਂਸ਼ੀਅਲ ਇਕੁਏਸ਼ਨ ਬਣਾ ਸਕਦੇ ਹਾਂ। ਇਹਨੂੰ ਆਪਾਂ ਵਿਦ ਰਿਸਪੈਕਟ ਟੂ ਟੀ ਡਾਇਨੋਟ ਕਰਤਾ, ਇਓਟਾ ਮੇਗਾ ਮੂਹਰੇ ਆ ਗਿਆ, ਠੀਕ ਹੈ, ਸਾਈਨ ਆਫ ਕੇ ਐਕਸ ਆ ਗਿਆ, ਕਿਉਂਕਿ ਕੇ ਸਾਈਨ ਕੇ ਐਕਸ ਕੀ ਹੈ, ਕੇ ਐਕਸ ਹੈ। ਜੇ ਟੀ ਹੁੰਦਾ ਫਿਰ ਡੈਰੀਵੇਟ ਹੋਣਾ ਸੀ, ਹੁਣ ਇਹਦਾ ਹੋਣਾ ਇਹ ਕੌਨਸਟੈਂਟ, ਸਿਰਫ ਇਹਦਾ ਹੋਊਗਾ ਡੈਰੀਵੇਟ, ਠੀਕ ਹੈ। ਆਪਾਂ ਡੈਰੀਵੇਟ ਕਰਤਾ, ਦੇਖੋ ਹੋ ਗਿਆ। ਹੁਣ ਫਿਰ ਡਬਲ ਡੈਰੀਵੇਟ ਕਰਤਾ, ਫਿਰ ਮੇਗਾ ਸਕੇਅਰ ਟੀ ਮੇਗਾ ਸਕੇਅਰ ਪਲੱਸ 1 ਹੋ ਗਿਆ, ਠੀਕ ਹੈ, ਤੇ ਪਲੱਸ 1 ਤਾਂ ਆਪਣੇ ਕੋਲ ਸਾਰੀ ਵੈਲਿਊ ਜੇ ਆਪਾਂ ਪਲੱਸ ਨਹੀਂ ਵੀ ਪਾਉਂਦੇ, ਠੀਕ ਹੈ, ਤਾਂ ਮੇਗਾ ਸਕੇਅਰ ਵਾਈ ਪੌਨ ਕਰ ਲਈ ਸਕੇਅਰ ਵਾਈ ਪੌਨ ਕਰ ਲਈ ਟੀ ਸਕੇਅਰ ਇਕੁਅਲ ਟੂ ਮੈਂਸ ਮੇਗਾ ਸਕੇਅਰ ਬਾਹਰ ਨਿਕਲੂ, ਵਿੱਚ ਰਹਿ ਗਿਆ ਮੈਂਸ 2 ਇਓਟਾ ਏ ਈ ਰਿਸਪੈਕਟ ਇਓਟਾ ਮੇਗਾ। ਇਹ ਚੀਜ਼ ਕੀ ਆ ਗਈ ਆਪਣੇ ਕੋਲ, ਫਿਰ ਵਾਈ ਦੇ ਬਰਾਬਰ ਆ ਗਈ ਆਹ ਸਾਰੀ ਚੀਜ਼, ਆ ਵਾਈ ਦੇ ਬਰਾਬਰ ਆ ਗਈ, ਇਹਨੂੰ ਵਾਈ ਲਿਖ ਦਿੱਤਾ। ਉਸ ਤੋਂ ਬਾਅਦ ਡਿਫਰੈਂਸ਼ੀਏਟ ਕਰਨਾ ਉਹੀ ਇਕੁਏਸ਼ਨ ਨੂੰ ਜਿਹੜੀ ਆਪਾਂ ਪਹਿਲਾਂ ਲਿਖੀ ਸੀ, ਉਹਨੂੰ ਐਕਸ ਦੇ ਨਾਲ ਡੈਰੀਵੇਟ ਕਰਤਾ, ਫਿਰ ਡਬਲ ਡੈਰੀਵੇਟ ਕਰਤਾ ਐਕਸ ਦੇ ਨਾਲ, ਠੀਕ ਹੈ। ਹੁਣ ਇਹ ਚੋਂ ਕੇ ਬਾਹਰ ਕੱਢ ਲਓ, ਮੈਂਸ ਕੇ ਸੇ ਵਿੱਚ ਮੈਂਸ 2 ਇਓਟਾ ਏ ਇਜ਼ ਸਾਈਨ ਆਫ ਮੇਗਾ, ਇਹ ਕੀ ਹੈ ਵਾਈ ਦੇ ਬਰਾਬਰ। ਹੁਣ ਦੇਖੋ ਇਹਨਾਂ ਦੋਨਾਂ ਤੋਂ y ਦੀ ਵੈਲਿਊ ਕੱਢ ਲਓ, ਇਹ ਤੋਂ ਵੀ y ਕੱਢ ਲਓ, ਇੱਥੇ ਨੀਚੇ ਮੇਗਾ ਸਕੇਅਰ ਬਣ ਗਿਆ, ਇਹਦੇ ਨੀਚੇ ਕੇ ਸਕੇਅਰ ਬਣ ਗਿਆ, ਮੈਂਸ ਹੈ ਨਾ, y ਦੋਨੇ y ਨੇ, ਦੋਨਾਂ ਨੂੰ ਬਰਾਬਰ ਰੱਖ ਦਿਓ, ਠੀਕ ਹੈ। ਆ ਵੀ y ਸੀ, ਆ ਵੀ y ਸੀ, ਬਰਾਬਰ ਰੱਖਤਾ। ਇਹ ਤੋਂ ਆਹ ਚੀਜ਼ ਬਣ ਗਈ ਕਰ ਸਕੇਅਰ y ਪੌਨ ਕਰ ਲਈ ਐਕਸ ਸਕੇਅਰ ਕਿਉਂ ਕੇ ਸਕੇਅਰ ਪੌਨ ਮੇਗਾ ਸਕੇਅਰ ਦੱਸੋ। ਹੁਣ ਕੇ ਸਕੇਅਰ ਪੌਨ ਮੇਗਾ ਸਕੇਅਰ ਦੀ ਵੈਲਿਊ ਕੱਢ ਲਓ, ਕੇ ਕਿੰਨਾ 2 ਪਾਈ ਪੌਨ ਲੈਮਡਾ, ਮੇਗਾ ਦੀ ਕੋ 2 ਪਾਈ ਨਿਊ, ਠੀਕ ਹੈ, 2 ਪਾਈ ਕੱਟੇ ਗਿਆ 1 ਪੌਨ ਨਿਊ ਲੈਮਡਾ, ਇਹ ਦੀ ਡੈਟ ਇਜ਼ 1 ਪੌਨ ਸੀ। ਹੁਣ ਇਹ ਵੈਲਿਊ ਉੱਪਰ ਪੁੱਟ ਕਰ ਦਿਓ। ਇੱਥੇ ਥੋੜਾ ਇੱਕ ਧਿਆਨ ਰੱਖ ਲਿਓ, ਇੱਥੇ ਮਾਈਨਸ ਬਣਾਉਣਾ ਸੀ, ਗੁਣਾ ਨਿਸ਼ਾਨ, ਠੀਕ ਹੈ। ਕਰ ਲਈ ਸਕੇਅਰ ਵਾਈ ਪੌਨ ਕਰ ਲਈ ਐਕਸ ਸਕੇਅਰ, ਠੀਕ ਹੈ, 1 ਪੌਨ ਸੀ ਸਕੇਅਰ ਇੰਟੂ ਕਰ ਲਈ ਸਕੇਅਰ ਵਾਈ ਪੌਨ ਕਰ ਲਈ ਟੀ ਸਕੇਅਰ ਇੱਥੇ, ਠੀਕ ਹੈ। ਆਹ ਇਕੁਏਸ਼ਨ ਬਣ ਜੂਗੀ। ਇਹਨੂੰ ਆਪਾਂ ਕਹਿੰਦੇ ਦੇਖੋ ਹੈ ਸੇਮ ਹੀ ਹੈ ਜੋ ਆਪਾਂ ਪਹਿਲਾਂ ਕਰਕੇ ਆ ਰਹੇ ਹਾਂ, ਠੀਕ ਹੈ, ਡਿਫਰੈਂਸ਼ੀਅਲ ਇਕੁਏਸ਼ਨ, ਪਰ ਇਹਨੂੰ ਡਰਾਈ ਕਰਨ ਦਾ ਤਰੀਕਾ ਆਪਾਂ ਹੋਰ ਲੱਤਾ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਡੈਫੀਨੇਸ਼ਨ ਮੈਂ ਤੁਹਾਨੂੰ ਕਰਵਾਈ ਦਿੱਤੀਆਂ ਨੇ, ਨੀਅਰ ਅਬਾਊਟ ਪ੍ਰੋਗਰੈਸਿਵ ਵੇਵ ਕੀ, ਮਤਲਬ ਇੱਕ ਮੰਨ ਲਓ ਆਰਟੀਕਲ ਦੇ ਵਿੱਚ ਤੁਹਾਨੂੰ ਦੱਸਦਾ ਆ ਰਹੇ ਹਾਂ ਇਹ ਪ੍ਰੋਗਰੈਸਿਵ ਵੇਵ ਕੀ ਹੁੰਦੇ, ਸਟੇਸ਼ਨਰੀ ਵੇਵ ਕੀ ਹੈ, ਇਹ ਡਿਫਰੈਂਸ ਹੈ। ਹੁਣ ਇਹ ਦੋਨਾਂ ਡਿਸਪਲੇਸਮੈਂਟ ਅਲੱਗ ਅਲੱਗ ਹੁੰਦੀ ਹੈ। ਪਹਿਲੇ ਨੰਬਰ 'ਤੇ ਤਾਂ ਡਿਸਪਲੇਸਮੈਂਟ ਦਾ ਇਹਨਾਂ ਨੇ ਡਿਫਰੈਂਸ ਦਿੱਤਾ ਹੈ, ਦੇਖੋ ਇਹਦੇ 'ਚ ਡਿਸਪਲੇਸਮੈਂਟ ਆ ਹੁੰਦੀ ਹੈ ਵਾਈ ਇਕੁਅਲ ਟੂ ਏ, ਠੀਕ ਹੈ, ਤੇ ਇਹਦੇ 'ਚ ਡਿਸਪਲੇਸਮੈਂਟ ਆਪਣੇ ਕੋਲ ਆ ਹੁੰਦੀ ਹੈ। ਦੂਸਰਾ ਜਿਹੜਾ ਐਂਪਲੀਟਿਊਡ ਆ, ਈਚ ਪਾਰਟੀਕਲ ਦਾ ਸਟਿੰਗ ਸੇਮ ਐਵਰੀ ਹੁੰਦਾ, ਇਹ 'ਚ ਐਂਪਲੀਟਿਊਡ ਸੇਮ ਹੁੰਦਾ, ਇਹਦੇ ਵਿੱਚ ਐਂਪਲੀਟਿਊਡ ਅਲੱਗ ਹੁੰਦਾ। ਜਿਹੜੇ ਨੋਡਸ ਨੇ ਉੱਥੇ 0 ਆ, ਜਿੱਥੇ ਐਂਟੀ ਨੋਡ ਨੇ ਉੱਥੇ ਮੈਕਸਿਮਮ ਆ। ਇਹਦੇ ਵਿੱਚ ਫੇਸ ਜਿਹੜੇ ਦੋ ਪਾਰਟੀਕਲਸ ਨੇ, ਠੀਕ ਹੈ, ਉਹਨਾਂ ਦਾ ਫੇਸ ਸੇਮ ਨਹੀਂ ਹੁੰਦਾ, ਠੀਕ ਹੈ। ਇਹਨਾਂ ਦੇ ਵਿੱਚ ਜਿਹੜਾ ਫੇਸ ਹੈ ਦੋਨਾਂ ਵਿੱਚ ਆਪੋਜ਼ਿਟ ਪਾਰਟੀਕਲ ਨੇ ਸੇਮ ਰਹਿੰਦਾ। ਦਾ ਫੇਸ ਬਿਟਵੀਨ ਦ ਡਿਫਰੈਂਟ ਪਾਰਟੀਕਲ ਕੰਟੀਨਿਊਸ ਵੇਰੀ, ਇਹਦੇ ਵਿੱਚ ਫੇਸ ਜਿਹੜੇ ਡਿਫਰੈਂਟ ਪਾਰਟੀਕਲ ਨੇ ਕੰਟੀਨਿਊ, ਇਹਦੇ ਵਿੱਚ ਸਡਨਲੀ ਚੇਂਜ ਕਰਦਾ ਫੇਸ ਮੀਨਸ ਫਾਈ ਇਕੁਏਸ਼ਨ ਦਾ ਲੋਕੇਸ਼ਨ ਆਫ ਨੋਡਸ ਹੈ। ਨੋ ਪਾਰਟੀਕਲ ਪਰਮਾਨੈਂਟ ਰੈਸਟ, ਇਹਦੇ ਵਿੱਚ ਜਿਹੜੇ ਪਾਰਟੀਕਲ ਨੇ ਨੋਡ ਨੇ ਉਹ ਪਰਮਾਨੈਂਟਲੀ ਰੈਸਟ ਹੁੰਦੇ ਨੇ। ਇਹਦੇ ਵਿੱਚ ਪਾਰਟੀਕਲ ਪਾਸੇ ਥਰੂ ਦਾ ਮੀਨ ਪੋਜੀਸ਼ਨ ਐਂਡ ਡਿਫਰੈਂਟ ਡਾਇਰੈਕਸ਼ਨ, ਇਹਦੇ ਵਿੱਚ ਪਾਰਟੀਕਲ ਕ੍ਰੋਸ ਦਾ ਮੀਨ ਪੋਜੀਸ਼ਨ ਸਾਈਮਲਟੇਨੀਅਸਲੀ, ਇਹਦੇ ਵਿੱਚ ਪਾਰਟੀਕਲ ਜਿਹੜੇ ਆਪਣੇ ਪਾਸ ਕਰਦੇ ਨੇ ਮੀਨ ਪੋਜੀਸ਼ਨ ਤੋਂ ਉਹ ਅਲੱਗ-ਅਲੱਗ ਪਾਸ ਕਰਦੇ ਨੇ, ਸਾਰੇ ਇਕੱਠੇ ਨਹੀਂ ਪਾਸ ਕਰ ਸਕਦੇ। ਇਹਦੇ ਵਿੱਚ ਸਾਈਮਲਟੇਨੀਅਸਲੀ ਕਈ ਪਾਰਟੀਕਲ ਇਕੱਠੇ ਪਾਸ ਕਰਦੇ ਨੇ। ਇਹਦੇ ਵਿੱਚ ਆਲ ਦਾ ਪਾਰਟੀਕਲ ਹੈ ਸੇਮ ਮੈਕਸਿਮਮ ਵੈਲੋਸਿਟੀ, ਇਹਨਾਂ ਜਿੰਨੇ ਵੀ ਪਾਰਟੀਕਲ ਨੇ ਉਹਨੇ ਸਾਰੇ ਮੈਕਸਿਮਮ ਵੈਲੋਸਿਟੀ ਸੇਮ ਹੁੰਦੀ। ਇਹਦੇ ਵਿੱਚ ਕੀ ਹੈ ਵੈਲੋਸਿਟੀ ਐਟ ਦਾ ਪਾਰਟੀਕਲ ਮੈਕਸਿਮਮ ਹੁੰਦੀ ਹੈ, ਲਾਰਜੈਸਟ ਤੇ ਨੋਡ ਤੇ 0 ਹੁੰਦੀ ਹੈ, ਠੀਕ ਹੈ ਜੀ। ਇਹ ਜਿਹੜੇ ਡਿਫਰੈਂਸ ਸੀਗੇ ਜਿਹੜੇ ਤੁਹਾਨੂੰ ਮੈਂ ਪਹਿਲਾਂ ਵੀ ਕਰਵਾਏ ਹੋਏ ਨੇ ਆਰਟੀਕਲਾਂ ਦੇ ਵਿੱਚ, ਤੇ ਹੁਣ ਵੀ ਤੁਹਾਨੂੰ ਦੁਬਾਰਾ ਰਿਪੀਟ ਕਰਾਂ, ਜੇ ਕੋਈ ਕਨਫਿਊਜ਼ਨ ਹੋਵੇ ਤਾਂ ਆਪਾਂ ਜਿਹੜਾ ਲੈਕਚਰ ਲਾਵਾਂਗੇ ਦੂਸਰਾ ਉਹਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ। ਉਸ ਤੋਂ ਬਾਅਦ ਕਹਿੰਦਾ એનર્ਜੀ ਆਫ ਈਚ ਨਾਰਮਲ ਮੂਡ ਆਫ ਏ ਵਾਈਬ੍ਰੇਟਿੰਗ ਸਟ੍ਰਿੰਗ, ਵੀ ਜਿਹੜੀ ਵਾਈਬ੍ਰੇਟਿੰਗ ਸਟ੍ਰਿੰਗ ਆ ਉਹ ਕੀ એનર્ਜੀਆਂ ਨੇ। ਜਿਵੇਂ ਆਪਾਂ ਪਹਿਲਾਂ ਜਿਹੜੀ ਆਪਾਂ ਆਰਟੀਕਲ ਕਰਦੇ ਸੀਗੇ ਪ੍ਰੋਗਰੈਸਿਵ ਵੇਵ 'ਚ ਕਨੈਟਿਕ એનર્ਜੀ ਕੱਢਦੇ ਸੀ, ਪੋਟੈਂਸ਼ੀਅਲ એનર્ਜੀ ਕੱਢਦੇ ਸੀ, ਉਸੇ ਤਰ੍ਹਾਂ ਆਪਾਂ ਇਹ 'ਚ એનર્ਜੀਜ਼ ਕੱਢਣੀਆਂ ਨੇ ਜੀ। ਜਿਹੜੀ ਵਾਈਬ੍ਰੇਟਿੰਗ ਸਟ੍ਰਿੰਗ ਆ ਜਿਹੜੀ ਸਟੇਸ਼ਨਰੀ ਹੈਗੀ ਆ ਉਹਦੇ ਵਿੱਚ ਉਹਦੀ એનર્ਜੀ ਕੀ ਨੇ। ਹੁਣ ਪਹਿਲੇ ਨੰਬਰ 'ਤੇ ਹੈਗੀ ਕਨੈਟਿਕ એનર્ਜੀ। ਕਨੈਟਿਕ એનર્ਜੀ ਕੱਢਣ ਦਾ ਫਾਰਮੂਲਾ ਸਿੱਧਾ ਹੀ ਪਤਾ ਹੁੰਦਾ ਆਪਾਂ ਨੂੰ, ਦੈਟ ਇਜ਼ du k = 1/2 mv², ਹਾਫ mv² ਹੁੰਦੀ ਹੈ ਨਾ, ਤਾਂ m ਦੀ ਜਗ੍ਹਾ 'ਤੇ ਆਪਾਂ ρ × dx, ਇਹ ਵੀ ਕੀ ਮਾਸ ਬਣ ਗਿਆ। ρ ਕੀ ਹੈ ਡੈਂਸਿਟੀ ਇੰਟੂ ਜਿੰਨੀ ਲੈਂਥ ਨਾਲ ਮਲਟੀਪਲਾਈ ਕਰਤੀ, ਡੈਂਸਿਟੀ ਕੀ ਹੈ ਮਾਸ ਪਰ ਯੂਨਿਟ ਲੈਂਥ, ਡੈਂਸਿਟੀ ਨੂੰ ਆਪਾਂ ਲੈਂਥ ਨਾਲ ਮਲਟੀਪਲਾਈ ਕਰਤਾ ਟੋਟਲ m ਆ ਗਿਆ, ਕਰ ਲਈ y ਪੌਨ ਕਰ ਲਈ ਟੀ, y ਕਿਉਂ ਕੀਤਾ
क्योंकि ਆਪਾਂ ਵੈਲੋਸਿਟੀ ਕੱਢਣੀ ਜਿਹੜੀ ਕਰਲੀ ਵਾਈ ਪੌਨ ਕਰਲੀ ਟੀ ਦਾ ਸਕੇਅਰ ਐਮ ਵੀ ਸਕੇਅਰ ਬਣ ਕੇ। ਠੀਕ ਹੈ, ਹੁਣ ਉਸ ਤੋਂ ਬਾਅਦ ਆਪਾਂ ਉਦਾਂ ਹੀ ਪੋਟੈਂਸ਼ੀਅਲ એનર્ਜੀ ਕੱਢਾਂਗੇ। ਠੀਕ ਹੈ, ਕਿਨੈਟਿਕ એનર્ਜੀ ਆ ਗਈ, ਇਹਨੂੰ ਆਪਾਂ ਇੰਟੀਗ੍ਰੇਸ਼ਨ ਕਰਤੀ, ਟੋਟਲ ਕਿਨੈਟਿਕ એનર્ਜੀ ਕਰਨੀ 0 to L ਕਰਲੀ ਵਾਈ ਪੌਨ ਕਰਲੀ ਟੀ ਦਾ ਸਕੇਅਰ ਇੰਟੂ ਡੀ ਐਕਸ। ਅੱਗੇ ਆ ਗਿਆ ਆਪਣਾ ਪੋਟੈਂਸ਼ੀਅਲ એનર્ਜੀ। ਹੁਣ ਪੋਟੈਂਸ਼ੀਅਲ એનર્ਜੀ ਕੀ ਹੈ, ਜਦੋਂ ਆਪਾਂ ਕਿਸੇ ਚੀਜ਼ ਨੂੰ ਸਟ੍ਰੈਸ ਕਰਦੇ ਹਾਂ ਤਾਂ ਉਹਦੀ ਜਿਹੜੀ ਲੈਂਥ ਚੇਂਜ ਕਰਦੀ ਹੈ ਐਕਸ ਟੂ ਡੀ ਐਕਸ, ਜਦੋਂ ਆਪਾਂ ਖਿੱਚਦੇ ਹਾਂ। ਠੀਕ ਹੈ, ਤਾਂ ਵਰਕ ਡਨ ਕਿੰਨਾ ਹੋਊਗਾ, ਕਰਲੀ ਯੂ ਪੌਨ ਟੀ ਟੈਂਸ਼ਨ ਇੰਟੂ ਡੀ ਐਕਸ ਡੈਸ਼ ਮੈਨ ਡੀ, ਜਿੰਨਾ ਡਿਸਟੈਂਸ ਚੇਂਜ ਹੋਇਆ ਹੈ ਨਾ, ਫੋਰਸ ਇੰਟੂ ਡਿਸਟੈਂਸ। ਉਹੀ ਬਣ ਗਿਆ ਨਾ ਫਾਰਮੂਲਾ, ਤਾਂ ਉਹੀ ਹੈ ਵਰਕ ਡਨ ਕਿਹਦੇ ਬਰਾਬਰ ਹੁੰਦਾ, ਫੋਰਸ ਇੰਟੂ ਡਿਸਟੈਂਸ। ਵੀ ਜਿਹੜਾ ਵਰਕ ਡਨ ਕਰਦੇ ਆ ਉਹ ਪੋਟੈਂਸ਼ੀਅਲ એનર્ਜੀ ਚੇਂਜ ਹੁੰਦਾ। ਹੁਣ ਇਹਦੇ ਫੋਰਸ ਕਿੰਨੀ ਹੈ, ਟੈਂਸ਼ਨ, ਡਿਸਟੈਂਸ ਕਿੰਨਾ ਚੇਂਜ ਹੋਇਆ, ਡੀ ਐਕਸ ਡੈਸ਼ ਚੇਂਜ ਹੋ ਗਿਆ, ਮੈਂ ਪਹਿਲਾਂ ਕਿੰਨਾ ਸੀ ਡੀ ਐਕਸ। ਹੁਣ ਡੀ ਐਕਸ ਡੈਸ਼ ਨੂੰ ਆਪਾਂ ਲਿਖ ਸਕਦੇ ਹਾਂ ਜਿਹੜੀ ਆਪਣੀ ਥਿਊਰਮ ਦੇ ਹਿਸਾਬ ਨਾਲ, ਮੈਂ ਟੇਲਰ ਦੀ ਸੀਰੀਜ਼ ਦੇ ਨਾਲ, ਡੀ ਐਕਸ ਦਾ ਸਕੇਅਰ ਕਰਲੀ ਵਾਈ ਪੌਨ ਕਰਲੀ ਐਕਸ ਦਾ ਸਕੇਅਰ ਇੰਟੂ ਡੀ ਐਕਸ ਦਾ ਸਕੇਅਰ ਡੀ ਪਾਵਰ 1/2। ਠੀਕ ਹੈ, ਹੁਣ ਇਹ ਹਾਇਰ ਟਰਮ ਨੈਗਲੈਕਟ ਕਰ ਦਿਓ, ਆਪਣੇ ਪਹਿਲੀਆਂ ਦੋ ਟਰਮਾਂ ਰੱਖ ਲਓ, ਆ ਰੱਖ ਲਈਆਂ, ਇਹਨੂੰ ਆਪਾਂ ਸੋਲਵ ਕਰ ਲਿਆ, ਡੀ ਐਕਸ ਬਾਹਰ ਕੱਢ ਲਿਆ, ਵਿੱਚ ਕਿ 1 ਪਲੱਸ ਕਰਲੀ ਵਾਈ ਪੌਨ ਕਰਲੀ ਐਕਸ, ਇਹਨੂੰ ਆਪਾਂ ਕਿੰਨੇ ਸਕਦੇ ਹਾਂ 1/2 ਅੱਗੇ ਆ ਜਾਊਗਾ, 1 ਪਲੱਸ 1/2 ਕਰਲੀ ਵਾਈ ਪੌਨ ਕਰਲੀ ਐਕਸ ਦਾ ਸਕੇਅਰ। ਠੀਕ ਹੈ ਜੀ, ਹੁਣ ਇਹ ਚੀਜ਼ ਆਪਾਂ ਡੀ ਐਕਸ ਡੈਸ਼ ਕੱਢੀਏ, ਡੀ ਐਕਸ ਡੈਸ਼ ਆਪਾਂ ਕੱਢਣਾ ਹੈ ਡੀ ਐਕਸ ਡੈਸ਼ ਮੈਨ ਡੀ ਐਕਸ, ਇਹਨੂੰ ਆਪਾਂ ਮਾਈਨਸ ਕਰ ਦਿਓ, ਤਾਂ ਡੀ ਐਕਸ ਨਾਲ ਡੀ ਐਕਸ ਕੱਟਿਆ ਜਾਊਗਾ, ਤਾਂ ਆਪਣੇ ਕੋਲ ਆਹ ਚੀਜ਼ ਆ ਜਾਊਗੀ 1/2 ਕਰ ਡੀ ਐਕਸ ਨਾਲ ਡੀ ਐਕਸ ਕੱਟੇ ਗਏ, ਤੇ 1/2 ਕਰਲੀ ਵਾਈ ਪੌਨ ਕਰਲੀ ਐਕਸ ਦਾ ਸਕੇਅਰ ਇੰਟੂ ਡੀ ਐਕਸ। ਠੀਕ ਹੈ, ਇਹ ਵੈਲਿਊ ਹੁਣ ਆਪਾਂ ਉੱਚ ਪੋਟੈਂਸ਼ੀਅਲ એનર્ਜੀ 'ਚ ਇਹ 'ਚ ਪੁੱਟ ਕਰ, ਤਾਂ ਆਪਣੇ ਕੋਲ ਆਹ ਚੀਜ਼ ਆ ਗਈ। ਹੁਣ ਆਪਾਂ ਟੋਟਲ ਕੱਢਣ ਲਈ ਤਾਂ ਇਹਨੂੰ ਇੰਟੀਗ੍ਰੇਸ਼ਨ ਕਰਾਂਗੇ 0 to L ਕਰਲੀ ਵਾਈ ਪੌਨ ਕਰਲੀ ਐਕਸ ਦਾ ਸਕੇਅਰ ਇੰਟੂ ਡੀ ਐਕਸ। ਹੁਣ ਟੋਟਲ એનર્ਜੀ ਕਿੰਨੀ ਆ ਗਈ, ਕਿਨੈਟਿਕ એનર્ਜੀ ਪਲੱਸ ਪੋਟੈਂਸ਼ੀਅਲ એનર્ਜੀ, ਦੋਨੋਂ ਨੂੰ ਆਪਾਂ ਸਮ ਕਰ ਦੋ, ਤਾਂ ਇਹ ਆਪਣੇ ਕੋਲ ਟੋਟਲ ਮਿਲ ਗਈ। ਕਹਿੰਦਾ એનર્ਜੀ ਹੁਣ ਆਪਾਂ ਕੱਢਣੀ ਹੈ, ਇਹ ਆਪਣੀ ਟੋਟਲ એનર્ਜੀ ਆ ਗਈ, એનર્ਜੀ ਇਨ ਦ nth ਮੋਡ ਆਫ ਵਾਈਬ੍ਰੇਟਿੰਗ, nth ਮੋਡ ਆਫ ਵਾਈਬ੍ਰੇਟਿੰਗ ਸਟਿੰਗ ਹੈ ਜਿਹੜੀ ਆ, ਉਹਦੀ એનર્ਜੀ ਕਿੰਨੀ ਹੋਣੀ। nth ਮੋਡ ਦੇ ਵਿੱਚ ਵਾਈਬ੍ਰੇਸ਼ਨ ਕਰਨ ਲਈ ਆਪਣੇ ਕੋਲ ਵਾਈ ਐਨ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ, ਜਿਹੜੀ ਜੇ ਆਪਾਂ ਪਹਿਲਾਂ ਕੱਢੀ ਹੈ ਮੈਨ 2 ਯੋਟਾ ਏ ਇਸ ਪਰ ਯੋਟਾ ਮੇਗਾ ਐਨ ਲਿਖ ਦੇਣਾ ਬਸ, ਤੇ ਵਾਈ ਆਈ ਲਿਖਦੇ ਸੀ ਉੱਥੇ ਵਾਈ ਐਨ ਲਿਖ ਦੇਣਾ, ਮੇਗਾ ਐਨ ਮੇਗਾ ਆਈ ਦੀ ਜਗ੍ਹਾ ਮੇਗਾ ਐਨ ਆ ਜਾਊਗਾ ਸਾਈਨ ਆਫ ਕੇ ਐਕਸ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਹੁਣ ਆਪਾਂ ਸੋਲਵ ਕਰ ਲਿਆ, ਜਿਹੜਾ ਵਾਈ ਐਨ ਇਜ਼ ਇਕੁਅਲ ਟੂ 2 ਯੋਟਾ ਏ, ਜਿਹੜਾ ਈ ਰੇਸ ਪਾਵਰ ਯੋਟਾ ਮੇਗਾ ਐਨ ਲਿਖਿਆ ਸੀ ਉਹਨੂੰ ਆਪਾਂ ਸੋਲਵ ਕਰਤਾ, ਇਹ cos omega t plus iota sin of omega t, ਪਤਾ ਨਾ ਫਾਰਮੂਲਾ e raised by iota theta is equal to ਕਿਹਦੇ ਬਰਾਬਰ ਹੁੰਦਾ, cos theta plus iota sin theta, ਉਹ ਆਪਾਂ ਲਿਖਦੇ ਇੱਥੇ cos theta ਦੀ ਜਗ੍ਹਾ ਤੇ sin theta, sin of omega n into t। ਹੁਣ ਕੀ ਕੀਤਾ ਮੈਂ, ਇਹਨੂੰ ਜਿਹੜੀ ਆਹ ਚੀਜ਼ ਆ ਮੂਲੀ ਟਰਮ, ਇਹਨੂੰ ਆਪਾਂ a n ਲਿਖ ਲਿਆ ਸਿੰਪਲੀਫਾਈ ਕਰਨ ਲਈ, ਇਹਨੂੰ ਆਪਾਂ ਨੇ ਨਾਮ ਦਿੱਤਾ b n, ਤਾਂ ਆਪਣੇ ਕੋਲ ਆਹ ਚੀਜ਼ ਆ ਗਈ। ਹੁਣ ਆਪਾਂ ਦੇਖੋ ਕਿਨੈਟਿਕ એનર્ਜੀ ਕੱਢਣੀ ਹੈ, ਇਹਦੀ ਪੋਟੈਂਸ਼ੀਅਲ એનર્ਜੀ ਕੱਢਣੀ ਹੈ। ਕਿਨੈਟਿਕ એનર્ਜੀ ਕੱਢਣ ਲਈ ਆਪਾਂ ਕਰਲੀ ਵਾਈ ਪੌਨ ਕਰਲੀ ਟੀ ਚਾਹੀਦਾ, ਕਿਉਂਕਿ ਉਹਦੇ ਹਾਫ ਐਮ ਬੀ ਸਕੇਅਰ ਆਪਾਂ ਕੀਤਾ ਸੀ, ਤਾਂ ਇਹਨੂੰ ਆਪਾਂ ਟੀ ਨਾਲ ਡੈਰੀਵੇਟ ਕਰ ਦਿਓ, ਐਕਸ ਸਾਰੇ ਕਾਂਸਟੈਂਟ ਰਹਿਣਗੇ। ਜਿਹੜੀ ਦੂਸਰੀ ਹੈ ਪੋਟੈਂਸ਼ੀਅਲ એનર્ਜੀ, ਉਹ 'ਚ ਕਰਲੀ ਵਾਈ ਪੌਨ ਕਰਲੀ ਐਕਸ ਚਾਹੀਦਾ, ਤਾਂ ਆਪਾਂ ਇਹਨੂੰ ਐਕਸ ਨਾਲ ਡੈਰੀਵੇਟ ਕਰ ਦਿਓ, ਆਹ ਚੀਜ਼ ਨੂੰ ਐਕਸ ਨਾਲ ਡੈਰੀਵੇਟ, ਆਹ ਚੀਜ਼ ਸਾਰੀ ਕਾਂਸਟੈਂਟ ਰਹਿ ਜੂਗੀ, ਤਾਂ ਆਪਣੇ ਕੋਲ ਇਕੱਲਾ ਇਹਦਾ ਡੈਰੀਵੇਟ ਆ ਜਾਊਗਾ। ਇਹ ਦੋਨੇ ਵੈਲਿਊ ਆਪਾਂ ਉਹ 'ਚ ਪੁੱਟ ਕਰਤੀਆਂ, ਜਿਹੜੀ ਆਪਾਂ ਟੋਟਲ એનર્ਜੀ ਕੱਢਣੀ ਸੀ, ਹਾਫ ਰੋ ਓਮੇਗਾ ਲੈਸ ਕੇ ਦਿਸ ਵਨ ਦਿਸ ਵਨ ਦਿਸ ਵਨ। ਠੀਕ ਹੈ, ਜਿਹੜੀ ਸਾਰੀ ਚੀਜ਼ਾਂ ਕਾਮਨ ਨਿਕਲੀ, ਵਿੱਚ ਇੰਟੀਗ੍ਰੇਸ਼ਨ ਨੇ ਆ ਰਹਿ ਜਾਊਗਾ। ਹੁਣ ਇਹਦੀ ਇੰਟੀਗ੍ਰੇਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਸੋਲਵ ਕਰਾਈ, ਕਿੰਨੀ ਹਰ ਇੱਕ ਆਰਟੀਕਲ ਦੇ ਪਿਛਲੇ ਸਾਲ ਵੀ ਆਪਣੇ ਸਮੈਸਟਰ ਦੇ ਵਿੱਚ ਸੋਲਵ ਕਰਾਈਆਂ ਨੇ, ਵੀ ਸਾਇੰਸ ਕੇ ਇੱਕ ਨੂੰ ਆਪਾਂ ਕਿਵੇਂ ਸੋਲਵ ਕਰਦੇ ਹਾਂ, ਕਿਵੇਂ ਲਿਖਾਂਗੇ 1 ਮੈਨਸ ਕਾਜ਼ ਆਫ 2 ਕੇ ਡਿਵਾਈਡ ਬਾਈ 2, ਪਹਿਲਾਂ ਵੀ ਇੱਕ ਆਰਟੀਕਲ ਕਿਹਾ ਸੀ, ਉਹ 'ਚ ਮੈਂ ਤੁਹਾਨੂੰ ਦੱਸਿਆ ਕਿਵੇਂ ਸੋਲਵ ਕਰਨੀ ਹੈ ਨਾ। 0 to L ਇਹਦਾ ਫਾਰਮੂਲਾ ਬਣ ਗਿਆ 1 ਮੈਨਸ ਕਾਜ਼ ਆਫ 2 ਕੇ ਐਕਸ ਡਿਵਾਈਡ ਬਾਈ 2 ਇੰਟੂ ਡੀ ਐਕਸ। ਠੀਕ ਹੈ, ਹੁਣ ਇਹਨੂੰ ਆਪਾਂ ਇਕੱਲੀ ਇੰਟੀਗ੍ਰੇਸ਼ਨ ਕਰਤੀ, 1/2 ਇੱਧਰ ਲਿਖ ਲਿਆ 1/2 ਇੱਧਰ ਲਿਖਿਆ, ਇਹਨੂੰ ਇੰਟੀਗ੍ਰੇਸ਼ਨ ਕਰਤੀ, ਇਹਨੂੰ ਇੰਟੀਗ੍ਰੇਸ਼ਨ, ਇੱਧਰ ਕੀ ਬਣਿਆ ਸਾਈਨ ਆਫ 2 ਕੇ ਐਲ ਅਪੋਨ 2। ਹੁਣ ਇਹ ਜਦੋਂ ਅਪਰ ਲਿਮਟ ਮੈਂ ਲੋਅਰ ਲਿਮਟ ਕਰਕੇ ਆਪਣਾ ਪੁੱਟ ਕੀਤਾ ਤਾਂ L/2 ਮੈਨਸ 1/4 ਕੇ ਸਾਈਨ ਆਫ 2 ਕੇ ਐਲ ਆ ਗਿਆ। ਹੁਣ ਆਪਾਂ ਸਾਈਨ ਆਫ 2 ਕੇ ਐਲ ਦੀ ਵੈਲਿਊ ਪੁੱਟ ਕਰਨੀ ਹੈ, ਦੇਖੋ AL ਦੀ ਵੈਲਿਊ, L ਦੀ ਵੈਲਿਊ ਕਿੰਨੀ ਹੈ n λ/2, K ਦੀ ਵੈਲਿਊ 2 ਪਾਈ ਅਪੋਨ ਲੈਮਡਾ, ਸਾਈਨ ਆਫ 2 ਕੇ ਐਲ ਕੱਢਣਾ ਤਾਂ ਆਪਾਂ 2 ਕੇ ਐਲ ਕਰਤਾ, ਇਹ ਕੀ ਬਣ ਗਿਆ 2n ਪਾਈ। ਹੁਣ ਜੇ n ਇੰਟੀਜਰ ਆ ਤਾਂ 2, ਤੁਹਾਨੂੰ ਦੱਸਿਆ ਸੀ ਕਿ n ਇੰਟੀਜਰ ਆ 1 2 ਜੇ ਪੁੱਟ ਕਰਾਂਗੇ ਤਾਂ ਇਹਦੀ ਵੈਲਿਊ ਕਿੰਨੀ ਆਊਗੀ 0, ਤਾਂ ਆਪਣੇ ਕੋਲ ਆਹ ਟਰਮ ਕੀ ਹੋਊਗੀ 0, ਆਹ ਟਰਮ 0 ਹੋਗੀ, ਤਾਂ ਇਹਦੀ ਇੰਟੀਗ੍ਰੇਸ਼ਨ ਕਿੰਨੀ ਆ ਗਈ L/2। ਇੱਦਾਂ ਹੀ cos ਕੇ kx ਦੀ ਵੈਲਿਊ ਵੀ ਹੈ L ਬਾਈ, ਆਨਸਰ ਕਿੰਨਾ ਆ ਜਾਊਗਾ L/2, ਦੋਨਾਂ ਦੀ ਇੰਟੀਗ੍ਰੇਸ਼ਨ L/2 ਆਣੀ। ਉਹਨਾਂ ਨੇ ਜਿਹੜੇ ਪਿਛਲੇ ਆਰਟੀਕਲ ਕੀਤੇ ਜੀ ਉਹਨਾਂ ਨੇ T/2 ਆਉਂਦੇ, ਕਿਉਂਕਿ ਉਹ 'ਚ ਵੇਰੀਏਬਲ ਟੀ ਸੀ। ਇਹਦੀ ਵੀ L/2 ਆ ਗਈ, ਇਹਦੀ ਵੀ L/2, ਦੋਨੇ ਵੈਲਿਊ ਆਪਾਂ ਪੁੱਟ ਕਰਤੀਆਂ। ਇੱਕ ਆਪਾਂ ਹੋਰ ਵੈਲਿਊ ਪੁੱਟ ਕਰਦੇ ਹਾਂ T ਇੰਟੂ ਕੇ ਸਕੇਅਰ ਸੀਗਾ, ਉਹਨੂੰ ਆਪਾਂ
कन्वर्ट करना टी की वैल्यू अपन रो इंटू सी स्केयर होंगी है, के की वैल्यू 2 पाई लैम्डा, ये जो वैल्यू पुट करेंगे तो अपने रो ओमेगा एन दस के ये दोनों वैल्यू आप वो च पुट कर दो इक्वेशन जी आप पिछले लिखी सी, एक मिनट दिखा भी देना। आ देखो ये साइन ऑफ के स्केयर है, साइन ऑफ के स्केयर, टी के स्केयर, इन्होंने तिना की वैल्यू जी आप उतों पुट करते हैं। ठीक है, ये पुट करती हूँ आप इन्हू सॉल्व कर लिया, ए स्केयर बी स्केयर टू ए बी, ए स्केयर बी स्केयर टू बी, जी चीज़ा कट्टियां ने कट दो, बिच रह गए साइन स्केयर मेगा टी है, कला कॉस स्केयर मेगा टी है, बाकी चीज़ा कॉमन निकल गई, ये वैल्यू 1 होंगी है, तो अपने को आ गई एनर्जी ऑफ nth मोड ऑफ वाइब्रेटिंग स्ट्रिंग। ठीक है जी, ओके जी। तो हूँ तो वेलोसिटी भी कट सकते हैं, वेलोसिटी जी कर ली आप कढ़ी सी। ठीक है, इतने टी की वैल्यू जो जीरो है तो बी की वैल्यू कितनी होगी, जीरो, तो बी एन की वैल्यू जीरो आ गई। ठीक है, तो बी एन की वैल्यू जीरो करके अपने वेलोसिटी की वैल्यू कट सकते हैं। ठीक है, उस तो बाद वैल्यू ऑफ ए एन बी एन का स्केयर की 1/2, ए एन बी एन का स्केयर की 1/2 की वैल्यू किमें कटांगे, अपने को ए एन की वैल्यू देना, बी एन की वैल्यू इन्ना, इनू आप स्केयरिंग कर दो, एक बार आप स्केयरिंग करके अंडर रूट ले लो तो अपने को ए एन बी एन की वैल्यू निकल जूगी। ठीक है जी, ये आप शुरू इजम किया। हम एक छोटा जिहा आर्टिकल है जी डेफिनेशन आती पेपर, वेव ग्रुप की है, ग्रुप वेलोसिटी की है। ठीक है, वेव वेलोसिटी तो ग्रुप वेलोसिटी की है, तो एक वेव ग्रुप की है। ਹੁਣ ਜਦੋਂ ਕਹਿੰਦਾ ਜਿਹੜੀ ਸਿੰਗਲ ਵੇਵ ਹੈ, ਇੱਕ ਸਿੰਗਲ ਫ੍ਰੀਕੁਐਂਸੀ ਦੀ ਵੇਵ ਲੈਂਥ ਜਿਹੜੀ ਵੇਵ ਆ ਉਹ ਆਪਣਾ ਉਹਨੂੰ ਆਪਾਂ ਕਹਿੰਦੇ ਹਾਂ ਮੋਨੋਕ੍ਰੋਮੈਟਿਕ, ਉਹਦੇ 'ਚ ਇੱਕ ਹੀ ਫ੍ਰੀਕੁਐਂਸੀ ਹੁੰਦੀ ਹੈ, ਇੱਕ ਹੀ ਵੇਵ ਹੁੰਦੀ ਹੈ, ਤਾਂ ਉਹਨੂੰ ਆਪਾਂ ਸਿੰਗਲ ਵੇਵ ਵੈਲੋਸਿਟੀ ਕਹਿੰਦੇ ਹਾਂ। ਜਦੋਂ ਕਹਿੰਦਾ ਮਲਟੀਪਲ ਕਲਰ ਜਿਹੜੀਆਂ ਨੇ ਲਾਈਟ ਟਰੈਵਲ ਕਰਦੀਆਂ ਨੇ, ਮਲਟੀਪਲ ਵੇਵ ਲੈਂਥ ਦੀਆਂ, ਜਿਵੇਂ ਵਾਈਟ ਲਾਈਟ ਆ ਉਹ 'ਚ ਕਾਫੀ 7 ਕਲਰਸ ਹੁੰਦੇ ਨੇ, ਉਹਨੂੰ ਮੋਨੋਕ੍ਰੋਮੈਟਿਕ ਨਹੀਂ ਕਹਿੰਦੇ। ਉਹਦੇ 'ਚ ਕਾਫੀ ਵੇਵ ਜਿਹੜੀਆਂ ਡਿਫਰੈਂਟ ਫ੍ਰੀਕੁਐਂਸੀ ਨਾਲ ਵੇਵ ਜਿਹੜੀਆਂ ਟਰੈਵਲ ਕਰਦੀਆਂ ਨੇ ਉਹਨੂੰ ਆਪਾਂ ਕਹਿੰਦੇ ਵੇਵ ਗਰੁੱਪ। ਸਪੋਜ਼ ਕਰ ਲਓ ਕਹਿੰਦਾ ਹੁਣ ਆਪਾਂ ਦੋ ਵੇਵ ਲੈਂਦੇ ਹਾਂ ਸਮਝਾਉਣ ਦੀ, ਜਿਵੇਂ ਇੱਕ y1 ਲੈ ਲਈ, ਉਹਦਾ ਸੋਲੂਸ਼ਨ ਲੈ ਲਿਆ ਏ, ਮਤਲਬ ਉਹਦਾ ਰੀਅਲ ਪਾਰਟ ਲੈ ਲਿਆ ਆਪਾਂ, ਜਿਵੇਂ ਈ ਰੇਸ ਪਾਵਰ ਯੂਟਾ ਮੇਗਾ ਡੀ ਆਪਾਂ ਲਿਖ ਦਿੰਦੇ y ਇਜ਼ ਇਕੁਅਲ ਟੂ ਈ ਰੇਸ ਪਾਵਰ ਯੂਟਾ ਏ ਐਂਪਲੀਟਿਊਡ ਈ ਰੇਸ ਪਾਵਰ, ਮੈਂ ਤੁਹਾਨੂੰ ਲਿਖ ਕੇ ਵੀ ਦਿਖਾਈ ਦਿੰਦਾ, ਇੱਕ ਮਿੰਟ ਕਰ ਦਿਓ, y ਇਜ਼ ਇਕੁਅਲ ਟੂ ਏ ਵੱਡਾ ਕੈਪੀਟਲ ਏ ਲਿਖ ਦਿੰਦੇ, ਸਮਾਲ ਲਿਖ ਲਓ ਈ ਰੇਸ ਪਾਵਰ ਯੂਟਾ ਮੇਗਾ ਟੀ ਮਾਈਨਸ x, ਇਹ ਲਿਖਦੇ ਸੀ ਨਾ। ਇਹਦਾ ਆਪਾਂ ਦੋ ਫਾਰਮੂਲੇ ਬਣ ਜਾਣਗੇ, ਇੱਕ ਤਾਂ cos ਮੇਗਾ ਟੀ माइनस के एक्स माइनस यूटा साइन ऑफ मेगा टी माइनस के, ये रियल पार्ट ले लिया अपने कहना, रियल पार्ट किहड़ा आ गया cos मेगा टी, ये फार्मूला होंदा ना इस यूटा मेगा टी वाला, वो लाता अपन। इदां ही y2 का ले लिया, सपोज कर लो ਉਹਦਾ एम्पलीट्यूड डिस्प्लेसमेंट y1 है, ਇਹਦੀ डिस्प्लेसमेंट y2 है, ओमेगा 1 ओमेगा ਦੀ ਫ੍ਰੀਕੁਐਂਸੀ ਹੋ ਗਈ k1 k2 ਹੈ। ਜਦੋਂ ਦੋਨੇ ਸੁਪਰਇੰਪੋਜ਼ ਕਰਨਗੀਆਂ ਗਰੁੱਪ ਦੇ ਵਿੱਚ ਟਰੈਵਲ ਕਰਨੀਆਂ, ਠੀਕ ਹੈ, ਤਾਂ ਦੇਖੋ ਕੀ ਹੋਊਗਾ, y इक्वल टू y1 प्लस y2 दोनों ऐड कर दो, तो इतना सी डी वाला फार्मूला था, तो मैथ के पढ़िया सी डी 2a कॉल ए प्लस बी बाय 2 सी प्लस माइनस डी बाय 2 सी माइनस डी बाय 2, ठीक है, इंटू एक्स इदा ओमेगा 1 प्लस ओमेगा 2 कॉस ऑफ ओमेगा 2 बाय 2 इंटू ए माइनस k1 प्लस k2 बाय 2 इंटू एक्स। ਹੁਣ ਜੇ ਆਪਾਂ ਨੂੰ ਇਹ ਪਤਾ ਵੀ ਜਿਹੜਾ ਡਿਫਰੈਂਸ ਹੁੰਦਾ ਉਹ ਡੈਲਟਾ ਮੇਗਾ, ਜਿਹੜੀ ओमेगा 1 ਮਾਈਨਸ ओमेगा 2 ਆਪਾਂ ਡੈਲਟਾ ਮੇਗਾ ਲਿਖ ਸਕਦੇ, ਸਮਾਲ ਡਿਫਰੈਂਸ। ओमेगा 1 प्लस ओमेगा 2 डिवाइड बाय 2 ਨੂੰ ਆਪਾਂ ਐਵਰੇਜ ਲਿਖ ਸਕਦੇ ਹਾਂ ओमेगा, ਇਹਦੀ k1 ਨੂੰ ਲਿਖ ਦਾਂਗੇ। ਠੀਕ ਹੈ, ਇਹ ਦੋਨੇ ਵੈਲਿਊ ਆਪਾਂ ਪੁੱਟ ਕਰ ਦਾਂਗੇ। ਹੁਣ ਇਹ 'ਚ ਧਿਆਨ ਰੱਖੋ, ਦੇਖੋ ਆਹ ਦਾ ਸੋਲੂਸ਼ਨ ਹੋਈ ਆ ਗਿਆ y ਇਜ਼ ਇਕੁਅਲ ਟੂ a, ਆਪਾਂ ਹੀ ਲਿਖਦੇ ਸੀ ਨਾ, ਹੁਣ ਆਪਾਂ ਜਿਹੜਾ ਲਿਖ ਕੇ ਆਏ ਸੀਗੇ y ਇਜ਼ ਇਕੁਅਲ ਟੂ a cos of ओमेगा t, ਜਿਹੜੀ ਸ਼ੁਰੂ 'ਚ ਹੁਣ ਇਕੁਏਸ਼ਨ ਲਿਖੀ ਮਾਈਨਸ kx, ਇਹ ਲਿਖਿਆ ਸੀ ਨਾ। ठीक है, ਹੁਣ ਇਹ 'ਚ ਦੇਖੋ ਸੇਮ ਹੀ ਚੀਜ਼ ਬਣ ਗਈ, ਪਰ a ਦੀ ਜਗ੍ਹਾ ਤੇ ਕਿੰਨਾ ਆ ਵਾ, a ਦੀ ਜਗ੍ਹਾ ਤੇ ਕੀ ਆ ਗਿਆ, ਆ ਚੀਜ਼ ਆ ਗਈ, ਉਹ 'ਚ ਕੌਂਸਟੈਂਟ ਸੀ, ਇਹ 'ਚ a ਕੀ ਹੈ ਵੇਰੀ ਕਰਦਾ ਵਿਦ ਰਿਸਪੈਕਟ ਟੂ ਟਾਈਮ, ਤਾਂ ਇਹਦਾ ਐਂਪਲੀਟਿਊਡ ਕੀ ਵੇਰੀ ਕਰਦਾ। ਠੀਕ ਹੈ, ਕਿਹਦੇ ਨਾਲ ਵੇਰੀ ਕਰਦਾ ਵਾ, ਵਿਦ ਰਿਸਪੈਕਟ ਟੂ ਟਾਈਮ, ਇਹਨੂੰ ਆਪਾਂ ਕਹਿੰਦੇ ਸੁਪਰਪੋਜੀਸ਼ਨ ਆਫ ਵੇਵ ਗਰੁੱਪ ਵੈਲੋਸਿਟੀ ਜਿਹੜੀ ਹੁੰਦੀ, ਇਹਨੂੰ ਇਨਵੈਲਪਿੰਗ ਫ੍ਰੀਕੁਐਂਸੀ ਕਹਿੰਦੇ ਆ। ਠੀਕ ਹੈ, ਹੁਣ ਦੇਖੋ ਮੈਂ 'ਚ ਤੁਹਾਨੂੰ ਕਲੀਅਰ ਕਰਦਾ, ਆ ਦੇਖੋ ਆ ਤਾਂ ਨਹੀਂ ਵੀ ਰਿਜ਼ਲਟੈਂਟ ਵੇਵ ਬਣ ਗਈ, ਆ ਵੇਵ ਨੇ ਗਰੁੱਪਿੰਗ, ਆ ਰਿਜ਼ਲਟੈਂਟ ਵੇਵ ਬਣ ਗਈ। ਠੀਕ ਹੈ, ਹੁਣ ਇਹ 'ਚ ਫੇਸ ਵੈਲੋਸਿਟੀ ਹੁੰਦੀ ਹੈ, ਫੇਸ ਵੈਲੋਸਿਟੀ ਕੀ ਹੈ, ਜਿਹੜੀ c ਇਜ਼ ਇਕੁਅਲ ਟੂ ओमेगा अपॉन k, c इज इक्वल टू ओमेगा अपॉन k। ठीक है, ओमेगा की एंगुलर फ्रीक्वेंसी, k की है कांस्टेंट कांस्टेंट। ठीक है, ये होगी फेस वेलोसिटी।
ਉਸ ਤੋਂ ਬਾਅਦ ਆਪਾਂ ਇਹ 'ਚ ਦੇਖਣਾ ਹੈ ਇੱਕ ਡੈਫੀਨੇਸ਼ਨ ਹੋਰ ਹੈ ਗਰੁੱਪ ਵੈਲੋਸਿਟੀ। ਗਰੁੱਪ ਵੈਲੋਸਿਟੀ ਕੀ ਹੁੰਦੀ ਹੈ? ਜਿਹੜੀ ਸੀ ਜੀ ਇਜ਼ ਇਕੁਅਲ ਟੂ ਲਿਮਟ ਡੈਲਟਾ ਕੇ ਟੈਂਸ ਟੂ 0 ਹੋਵੇ, ਇਹਨੂੰ ਆਪਾਂ ਡੈਰੀਵੇਟ ਕਰਨਾ ਡੀ ਡੈਲਟਾ ਮੇਗਾ ਅਪੋਨ ਡੈਲਟਾ ਕੇ। ਤਾਂ ਇਹਨੂੰ ਜਦੋਂ ਆਪਾਂ ਡੈਰੀਵੇਟ ਕਰਾਂਗੇ ਤਾਂ ਇਹ ਕਿਵੇਂ ਡੀ ਮੇਗਾ ਅਪੋਨ ਡੀ ਕੇ ਹੈਗਾ, ਇਹ ਕੀ ਹੈਗੀ ਗਰੁੱਪ ਵੈਲੋਸਿਟੀ। ਕਹਿੰਦਾ ਦਿਸ ਵੈਲੋਸਿਟੀ ਵਿੱਚ ਵੇਵ ਗਰੁੱਪ ਅਪੀਅਰ ਟੂ ਟਰੈਵਲ ਫਾਰਵਰਡ, ਜਿਹਦੇ ਵਿੱਚ ਵੇਵ ਗਰੁੱਪ ਲੱਗਦੇ ਹੁਣ ਵੀ ਅੱਗੇ ਨੂੰ ਫਾਰਵਰਡ ਟਰੈਵਲ ਕਰ ਰਹੇ ਨੇ, ਉਹਨੂੰ ਆਪਾਂ ਕਹਿੰਦੇ ਹਾਂ ਗਰੁੱਪ ਵੈਲੋਸਿਟੀ। ਹੁਣ ਰਿਲੇਸ਼ਨ ਬਿਟਵੀਨ ਦਾ ਸੀ ਐਂਡ ਵੇਵ ਵੈਲੋਸਿਟੀ ਐਂਡ ਗਰੁੱਪ ਵੈਲੋਸਿਟੀ ਰਿਲੇਸ਼ਨ ਕੱਢਣਾ। ਸੀ ਇਜ਼ ਇਕੁਅਲ ਟੂ ਮੇਗਾ ਅਪੋਨ ਕੇ ਦੇ ਬਰਾਬਰ, ਵੇ ਮੇਗਾ ਇਜ਼ ਇਕੁਅਲ ਟੂ ਕੇ ਸੀ ਦੇ ਬਰਾਬਰ ਆ। ਤਾਂ ਸੀ ਜੀ ਕੱਢ ਲੈਣਾ, ਸੀ ਜੀ ਕਿਹਦੇ ਬਰਾਬਰ? ਡੀ ਮੇਗਾ ਅਪੋਨ ਡੀ ਕੇ, ਆਪਾਂ ਹੁਣ ਲਿਖਿਆ ਹੈ। ਤਾਂ ਇਹਨੂੰ ਡੈਰੀਵੇਟ ਕਰ ਦੋ। ਡੈਰੀਵੇਟ ਕਰਨ ਲਈ ਪਹਿਲਾਂ ਮੇਗਾ ਦੀ ਵੈਲਿਊ ਪੁੱਟ ਕਰ ਦੋ, ਕੇ ਇੰਟੂ ਸੀ। ਠੀਕ ਹੈ, ਇਹਨੂੰ ਡੈਰੀਵੇਟ ਕੀਤਾ, ਇੱਕ ਵਾਰ ਇਹਨੂੰ ਕਾਂਸਟੈਂਟ ਰੱਖ ਲਿਆ। ਠੀਕ ਹੈ, ਸੀ ਕੇ ਦਾ ਡੈਰੀਵੇਟ 1 ਹੋ ਗਿਆ ਪਲੱਸ ਫਿਰ ਕੇ ਕਾਂਸਟੈਂਟ ਕਿਹਾ ਸੀ ਕੇ ਅਪੋਨ ਡੀ ਕੇ। ਹੁਣ ਕੇ ਕਿੰਨਾ ਬਰਾਬਰ 2 ਪਾਈ ਲੈਮਡਾ ਦੇ ਬਰਾਬਰ ਆ। ਤਾਂ ਆਪਾਂ ਡੀ ਕੇ ਦੀ ਵੈਲਿਊ ਕੱਢਣੀ ਇੱਥੋਂ। ਡੀ ਕੇ ਨੂੰ ਆਪਾਂ ਥੱਲੇ ਦਾ ਸਕੇਅਰ ਫਿਰ ਉੱਪਰਲਾ ਡੈਰੀਵੇਟ ਕਰ ਦਿੰਦੇ ਮੈਥ ਦੇ ਵਿੱਚ, ਉਦਾਂ ਆਪਾਂ ਡੀ ਕੇ ਦਾ ਡੈਰੀਵੇਟ ਕਰਤਾ, ਡੈਟ ਇਜ਼ ਮੀਨਸ 2 ਪਾਈ ਅਪੋਨ ਲੈਮਡਾ ਦਾ ਸਕੇਅਰ ਇੰਟੂ ਡੀ ਲੈਮਡਾ। ਠੀਕ ਹੈ, ਹੁਣ ਇਹ ਵੈਲਿਊ ਆਪਾਂ ਇੱਥੇ ਪੁੱਟ ਕਰਤੀ, ਤਾਂ ਆਪਣੇ ਕੋਲ ਇੱਕ ਰਿਲੇਸ਼ਨ ਆ ਗਿਆ ਨਾਮ ਆਹ ਵਾਲਾ, ਸੀ ਇਕੁਅਲ ਟੂ ਸੀ ਮਾਈਨਸ ਡੀ ਲੈਮਡਾ ਇੰਟੂ ਡੀ ਸੀ ਅਪੋਨ ਡੀ ਲੈਮਡਾ। ਇਹਦਾ ਮਤਲਬ ਕਿ ਗਰੁੱਪ ਵੈਲੋਸਿਟੀ ਹਮੇਸ਼ਾ ਵੇਵ ਵੈਲੋਸਿਟੀ ਤੋਂ ਘੱਟ ਹੁੰਦੀ ਹੈ। ਹੁਣ ਇਹਦੇ 'ਚ ਕਈ ਚੀਜ਼ਾਂ ਨੇ, ਕੰਡੀਸ਼ਨਸ ਨੇ। ਕਹਿੰਦਾ ਡਿਸਪਰਸ਼ਨ ਸਿਗਨੀਫਿਕੈਂਟ, ਕਹਿੰਦਾ ਸੈਪਰੇਸ਼ਨ ਆਫ ਅਰਲੀ ਟੂਗੈਦਰ। ਕਹਿੰਦਾ ਜਿਵੇਂ ਆਪਾਂ ਜਿਹੜੀ ਇੱਕ ਡਿਸਪਰਸ਼ਨ ਹੁੰਦੀ ਹੈ ਉਹਦੇ 'ਚ ਕੀ ਹੈ, ਜਿਹੜੀ ਲਾਈਟ ਵੇਵ ਆ, ਵਾਈਟ ਲਾਈਟ ਆ ਸੌਰੀ, ਉਹ ਆਪਣੇ ਕੰਸਟੀਟਿਊਟ ਕਲਰ ਦੇ ਵਿੱਚ ਟੁੱਟ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਡਿਸਪਰਸ਼ਨ ਆਫ ਲਾਈਟ। ਹੁਣ ਕਹਿੰਦਾ ਡਿਸਪਰਸ਼ਨ ਅਕਰ ਕਰਦੀ ਹੈ ਜਦੋਂ ਵੈਲੋਸਿਟੀ ਆਫ ਦਾ ਵੇਵ ਆ ਵੇਰੀ ਵਿਦ ਦਾ ਵੇਵ ਲੈਂਥ। ਜਦੋਂ ਵੈਲੋਸਿਟੀ ਜਿਹੜੀ ਆ ਵੇਵ ਦੀ ਵੇਰੀ ਕਰਦੀ ਹੈ ਵਿਦ ਵੇਵ ਲੈਂਥ ਆ, ਤਾਂ ਡਿਸਪਰਸ਼ਨ ਹੁੰਦੀ। ਵੈਨ ਕਹਿੰਦਾ ਡੀ ਸੀ ਅਪੋਨ ਡੀ ਲੈਮਡਾ ਨੋਟ ਇਕੁਅਲ ਟੂ 0, ਜਦੋਂ ਡੀ ਸੀ ਅਪੋਨ ਡੀ ਲੈਮਡਾ ਨੋਟ ਇਕੁਅਲ ਟੂ 0, ਜੇ ਡੀ ਸੀ ਅਪੋਨ ਡੀ ਲੈਮਡਾ 0 ਹੋ ਗਿਆ ਤਾਂ ਦੋਨੇ ਚੀਜ਼ਾਂ ਬਰਾਬਰ ਹੋ ਗਈਆਂ। ਡੀ ਸੀ ਅਪੋਨ ਡੀ ਲੈਮਡਾ ਨੋਟ ਇਕੁਅਲ ਟੂ 0 ਉਹਦੇ ਵਿੱਚ ਹੋਊਗਾ। ਹੁਣ ਦੇਖੋ ਕਈ ਚੀਜ਼ਾਂ ਨੇ, ਡੀ ਸੀ ਅਪੋਨ ਡੀ ਲੈਮਡਾ ਕੀ ਹੈ, ਜਿਵੇਂ ਮੰਨ ਲਓ ਡੀ ਸੀ ਅਪੋਨ ਡੀ ਲੈਮਡਾ ਜੇ 0 ਹੋ ਗਿਆ ਤਾਂ ਸੀ ਜੀ ਕਿਉਂਕਿ ਫਿਰ ਆਪਾਂ ਗਿਆ ਸੀ ਦੇ ਪਤਾ ਇਹਦੇ ਨੋਨ ਡਿਸਪਰਸਿਵ ਮੀਡੀਅਮ ਆ, ਉਹ 'ਚ ਉਹ ਟੁੱਟੂਗੀ ਨਹੀਂ, ਜਿਵੇਂ ਏਅਰ ਹੋ ਗਿਆ। ਠੀਕ ਹੈ, ਸਾਊਂਡ ਵੇਵ ਨੋਟ ਡਿਸਪਰਸ ਇਨ ਏਅਰ। ਠੀਕ ਹੈ, ਇਹਦੇ ਦੋ ਤਰ੍ਹਾਂ ਦੀ ਡਿਸਪਰਸ਼ਨ ਹੋਊਗੀ। ਇੱਕ ਤਾਂ ਡੀ ਸੀ ਅਪੋਨ ਡੀ ਲੈਮਡਾ ਜਿਹੜੀ ਵੈਲਿਊ ਪੋਜ਼ਿਟਿਵ ਆ ਤਾਂ ਸੀ ਜੀ ਵੈਲਿਊ ਹੋ ਜੂਗੀ ਗ੍ਰੇਟਰ, ਦੇਖੋ ਇਹਦੀ ਵੈਲਿਊ ਸੀ ਜੀ ਵੈਲਿਊ ਵੱਧ ਜੂਗੀ, ਇਹਨੂੰ ਆਪਾਂ ਕਹਿੰਦੇ ਹਾਂ ਨਾਰਮਲ ਡਿਸਪਰਸ਼ਨ। ਜਦੋਂ ਡੀ ਸੀ ਅਪੋਨ ਡੀ ਲੈਮਡਾ ਦੀ ਵੈਲਿਊ ਨੈਗੇਟਿਵ ਆ ਗਈ ਤਾਂ ਸੀ ਜੀ ਦੀ ਵੈਲਿਊ ਗ੍ਰੇਟਰ ਦੈਨ ਹੋ ਜੂਗੀ ਸੀ ਜੀ ਨਾਲ, ਇਹਨੂੰ ਆਪਾਂ ਕਹਿੰਦੇ ਅਨੋਮਲਸ ਅਬਨੋਰਮਲ ਡਿਸਪਰਸ਼ਨ। ਠੀਕ ਹੈ ਜੀ, ਇਹ ਸੀਗਾ ਆਪਣੇ ਕੋਲ ਗਰੁੱਪ ਵੈਲੋਸਿਟੀ, ਵੇਵ ਵੈਲੋਸਿਟੀ ਤੇ ਫੇਸ ਵੈਲੋਸਿਟੀ ਦਾ ਰਿਲੇਸ਼ਨ। ਇਹ ਛੋਟਾ ਆਰਟੀਕਲ ਆਉਣਾ ਹੁੰਦਾ 1-2 ਨੰਬਰ ਦਾ, ਤਾਂ ਇਹ ਇੰਪੋਰਟੈਂਟ ਹੈ। ਠੀਕ ਹੈ, ਇੱਕ ਮੈਚਿੰਗ ਆਫ ਇੰਪੀਡੈਂਸ ਇੰਪੋਰਟੈਂਟ ਹੈ। ਇਹਨਾਂ ਥੋੜ੍ਹਾ ਜਿਹੜਾ ਚੈਪਟਰ ਜਿਹੜਾ ਪਹਿਲਾ ਵਾ ਇਹ ਅਗਲਾ ਆਪਣਾ ਸਿਲੇਬਸ ਨਹੀਂ ਹੈਗਾ। ਠੀਕ ਹੈ, ਆਪਣਾ ਪਹਿਲਾ ਜਿਹੜਾ ਚੈਪਟਰ ਆ ਕੰਪਲੀਟ ਹੋ ਗਿਆ। ਠੀਕ ਹੈ, ਤੇ ਬਾਕੀ ਜਿਹੜਾ ਅਗਲਾ ਚੈਪਟਰ ਆ ਆਪਾਂ ਨੈਕਸਟ ਜਿਹੜਾ ਲੈਕਚਰ ਆ ਉਹਦੇ ਵਿੱਚ ਕਰਾਂਗੇ। ਠੀਕ ਹੈ ਜੀ, ਧੰਨਵਾਦ।